ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਖਬਰ ਪੜਤਾਲ ਲੈ ਕੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਖਾਸ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ। ਬੀਤੀ ਸ਼ਾਮ ਮੀਟਿੰਗ ਹੋਈ ਹੈ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ। ਉਸ ਤੋਂ ਪਹਿਲਾਂ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਬੈਠਕ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਸੁਣਵਾਈ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ। ਇਹਨਾਂ ਸਾਰੇ ਪੂਰੇ ਦਿਨ ਦੇ ਵਿੱਚ ਬਹੁਤ ਵੱਡਾ ਵਾਪਰਿਆ, ਬਹੁਤ ਕੁਝ ਵੱਡਾ ਹੈ ਜਿਸ ਦੇ ਉੱਤੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਇੱਕ ਪੇਸ਼ਕਸ਼ जो की गई है सरकार के वालों किसानों नूं ते किसान अगे की करने इस दे लई भी सलाहां बहुत ने। इस नूं लैके चर्चा प्रोग्राम दे विच करांगे। पहलां डल्ला साहब हुणां दा स्वागत करांगे, फिर चर्चा दे वल वधदे। डल्ला जी स्वागत है जी। बहुत धन्यवाद जी, सारिਆਂ ਦੀ बहुत बहुत धन्यवाद। डल्ला जी सब तो पहलां जो कल जो कुछ वापरिया, जो मीटिंग हुई है केंद्र ते किसानां विचकार, की समझदे हो कि वो बेसिट्टा रही है? देखो गगन, मैनूं ਇਹ ਲੱਗਦਾ ਹੈ कि कल ਜਿਹੜੀ ਮੀਟਿੰਗ ਹੋਈ ਹੈ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਉਹਨੂੰ ਪੂਰੀ ਤਰ੍ਹਾਂ ਨਾਲ ਬੇਸਿੱਟਾ ਨਹੀਂ ਕਿਹਾ ਜਾਣਾ ਚਾਹੀਦਾ। ਮੇਰੀ ਨਜ਼ਰ 'ਚੋਂ ਮੀਟਿੰਗ ਬੇਸਿੱਟਾ ਨਹੀਂ ਹੈ। ਉਸ ਮੀਟਿੰਗ ਨੇ ਇੱਕ ਨੀਂਹ ਤਿਆਰ ਕਰਤੀ ਭਵਿੱਖ ਦੀ ਕਿਸਾਨ ਤੇ ਸਰਕਾਰ ਦੀਆਂ ਮੀਟਿੰਗਾਂ ਲਈ। ਦੇਖੋ, ਪਹਿਲੀ ਗੱਲ, ਜਿਹੜੀ ਸਰਕਾਰ ਅੱਜ ਤੱਕ ਸੰਸ਼ੋਧਨਾਂ ਤੇ ਅੜੀ ਸੀ, ਸਰਕਾਰ ਕਹਿੰਦੀ ਸੀ ਕਿ ਸੰਸ਼ੋਧਨ ਕਰਾ ਲਓ, ਅਸੀਂ ਸੰਸ਼ੋਧਨ ਕਰਨ ਲਈ ਤਿਆਰ ਹਾਂ, ਕਿਸਾਨ ਬਿੰਦੂਵਾਰ ਸਾਡੇ ਨਾਲ ਗੱਲਬਾਤ ਕਰ ਲੈਣ। ਕੱਲ੍ਹ ਦੀ ਮੀਟਿੰਗ 'ਚ ਸਰਕਾਰ ਇੱਥੇ ਪਹੁੰਚ ਗਈ ਕਿ ਅਸੀਂ ਇਹਨਾਂ ਖੇਤੀ ਕਾਨੂੰਨਾਂ ਨੂੰ 1 ਸਾਲ ਲਈ, 1.5 ਸਾਲ ਲਈ, 2 ਸਾਲ ਲਈ ਮੁਲਤਵੀ ਕਰਨ ਲਈ ਤਿਆਰ ਹਾਂ। ਸਰਕਾਰ ਗਗਨ ਇੱਥੇ ਤੱਕ ਪਹੁੰਚ ਗਈ, ਸਰਕਾਰ ਕਹਿੰਦੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਭਾਵ ਐਫੀਡੇਵਿਟ ਦੇਣ ਲਈ ਤਿਆਰ ਹਾਂ। ਜਿਵੇਂ ਅਸੀਂ ਆਮ ਲੋਕ ਐਫੀਡੇਵਿਟ ਦਿੰਦੇ ਹਾਂ ਨਾ ਕਈ ਵਾਰੀ, ਹੈ ਨਾ ਜੀ। ਕੈਨੇਡਾ ਜਦੋਂ ਪਾਸਪੋਰਟ ਵੀ ਅਪਲਾਈ ਕਰਨਾ ਹੁੰਦਾ ਨਵਾਂ ਬਣਾਉਣ ਲਈ, ਜਾਂ ਕਿਸੇ ਵੀ ਮੁਲਕ ਜਾਣ ਤੋਂ ਪਹਿਲਾਂ ਪਾਸਪੋਰਟ ਅਸੀਂ ਐਫੀਡੇਵਿਟ ਦਿੰਦੇ ਹਾਂ। ਸਰਕਾਰੀ ਨੌਕਰੀ ਤੋਂ ਪਹਿਲਾਂ ਹਲਫੀਆ ਬਿਆਨ ਦਿੰਦੇ ਹਾਂ ਵੀ ਸਾਡੇ ਤੇ ਕੋਈ ਕੇਸ ਨਹੀਂ ਚੱਲਦਾ ਜੀ, ਅਸੀਂ ਕੋਈ ਧੋਖਾਧੜੀ ਨਹੀਂ ਕਿਸੇ ਨਾਲ ਕੀਤੀ। ਇਸੇ ਤਰ੍ਹਾਂ ਸਰਕਾਰ ਕਹਿੰਦੀ ਅਸੀਂ ਸੁਪਰੀਮ ਕੋਰਟ 'ਚ ਐਫੀਡੇਵਿਟ ਦੇਣ ਨੂੰ ਤਿਆਰ ਹਾਂ, ਤੁਸੀਂ ਇੱਕ ਵਾਰੀ ਹਾਂ ਕਰ ਦਿਓ ਤੇ ਅੰਦੋਲਨ ਚੱਕ ਲਓ। ਸੋ ਭਾਵ ਕਿ ਸਰਕਾਰ, ਮੈਂ ਇਹ ਕਹੂੰਗਾ ਕਿ ਸਰਕਾਰ 'ਚ ਹੌਲੀ ਹੌਲੀ ਜਾਗਰਤੀ ਪੈਦਾ ਹੋਣੀ ਸ਼ੁਰੂ ਹੋ ਗਈ। ਸਰਕਾਰ ਹੌਲੀ ਹੌਲੀ ਇਹ ਮਹਿਸੂਸ ਕਰਨ ਲੱਗ ਗਈ ਕਿ ਕਾਨੂੰਨਾਂ ਦੀਆਂ ਬਹੁਤ ਸਾਰੀਆਂ ਮਦਾਂ ਨੇ, ਬਹੁਤ ਸਾਰੇ ਬਿੰਦੂ ਨੇ ਜਿਹੜੇ ਕਾਨੂੰਨਾਂ ਦੇ, ਜਿਨ੍ਹਾਂ ਨੂੰ ਕਿਸਾਨ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਉਹਨਾਂ ਦੇ ਉੱਤੇ ਉਹ ਸੰਸ਼ੋਧਨ ਨਹੀਂ, ਉਹਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਨੇ। ਸੋ ਸਰਕਾਰ ਅੱਗੇ ਤੁਰੀ ਹੈ ਔਰ ਸਰਕਾਰ ਚਾਹੁੰਦੀ ਸੀ, ਦੇਖੋ 19 ਤਰੀਕ ਵਾਲੀ ਮੀਟਿੰਗ 20 ਨੂੰ ਕਿਉਂ ਕੀਤੀ? ਉਹ ਕੇਂਦਰੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ, ਉਹਨਾਂ ਨੇ ਸੰਕੇਤ ਦਿੱਤੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੀ। ਸਰਕਾਰ ਚਾਹੁੰਦੀ ਸੀ ਕਿ ਇਸ ਦਿਨ ਅਸੀਂ ਕਿਸਾਨਾਂ ਨੂੰ ਆਪਣੇ ਵੱਲੋਂ ਕੋਈ ਚੰਗੀ ਸਮਝੌਤੇ ਵਾਲੀ ਪੇਸ਼ਕਸ਼ ਕਰੀਏ ਔਰ ਸਰਕਾਰ ਉਹ ਪੇਸ਼ਕਸ਼ ਲੈ ਕੇ ਵੀ ਆਈ। ਜਿਵੇਂ ਆਪਾਂ ਵੀ ਕੱਲ੍ਹ ਸਵੇਰ ਵਾਲੇ ਕੱਪੜ ਛਾਂ 'ਚ ਗੱਲ ਕੀਤੀ ਸੀ ਗਗਨ, ਕਿ ਸਰਕਾਰ ਕੋਈ ਨਾ ਕੋਈ ਪ੍ਰਸਤਾਵ ਦਊਗੀ, ਕਿਉਂਕਿ ਮੈਨੂੰ ਲੱਗਦਾ ਸੀ ਅਗਰ ਅੱਜ ਕੱਲ੍ਹ ਦੀ ਮੀਟਿੰਗ 'ਚ ਸਰਕਾਰ ਕੋਈ ਪ੍ਰਸਤਾਵ ਨਾ ਦਿੰਦੀ ਫਿਰ 26 ਜਨਵਰੀ ਕੜੱਤਣ ਵਾਲੀ ਜਾਣੀ ਸੀ। ਹੁਣ ਘੱਟੋ ਘੱਟ 22 ਤਰੀਕ ਨੂੰ ਫਿਰ ਮੀਟਿੰਗ ਹੈ, ਇੱਕ ਦਿਨ ਛੱਡ ਕੇ ਕੱਲ੍ਹ ਦਾ, ਪਰਸੋਂ ਫਿਰ ਮੀਟਿੰਗ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਕੱਲ੍ਹ ਮੀਟਿੰਗ ਹੈ ਜੀ 22 ਤਰੀਕ ਨੂੰ, ਅੱਜ ਆਪਾਂ 21 'ਚ ਆ ਗਏ ਹਾਂ। ਅੱਜ ਕਿਸਾਨ ਫਿਰ ਮੀਟਿੰਗ ਕਰਨਗੇ ਆਪਸ 'ਚ। ਅੱਜ ਕਿਸਾਨ ਆਪਸ 'ਚ ਮੀਟਿੰਗ ਕਰਕੇ ਸਰਕਾਰ ਦੇ ਇਸ ਪ੍ਰਸਤਾਵ 'ਤੇ ਆਖਰੀ ਫੈਸਲਾ ਲੈਣਗੇ। ਦੇਖੋ, ਕਿਸਾਨਾਂ ਨੇ ਉੱਥੇ ਫੈਸਲਾ ਗਗਨ ਕਿਉਂ ਨਹੀਂ ਲਿਆ? ਕਿਸਾਨਾਂ ਨੇ ਸਪਸ਼ਟ ਤੌਰ 'ਤੇ ਹਾਂ ਨਾ ਨਹੀਂ ਕੀਤੀ। ਕਿਸਾਨ ਕਹਿੰਦੇ ਅਸੀਂ ਆਮ ਲੋਕਾਂ ਨਾਲ, ਜਿਹੜੇ ਸਾਡੇ ਧਰਨਾਕਾਰੀ ਨੇ, ਉਹਨਾਂ ਸਾਰਿਆਂ ਨਾਲ ਗੱਲ ਕਰਾਂਗੇ। ਕਿਉਂ? ਕਿਉਂਕਿ ਜਿਹੜਾ ਇਹ ਅੰਦੋਲਨ ਹੈ ਨਾ ਜੀ, ਇਹ ਅੰਦੋਲਨ ਗਗਨ ਸਿਰਫ ਲੀਡਰਾਂ ਦਾ ਨਹੀਂ ਰਹਿ ਗਿਆ। ਇਹ 40, 41, 42 ਲੀਡਰ ਸਿਰਫ ਹੁਣ ਫੈਸਲਾ ਨਹੀਂ ਕਰ ਸਕਦੇ। ਹੁਣ ਕੋਈ ਵੀ ਫੈਸਲਾ ਜਿਹੜਾ ਉਹ ਆਵਾਮ ਨੇ ਕਰਨਾ। ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਸਿੰਘੂ ਬਾਰਡਰ 'ਤੇ, ਟਿਕਰੀ ਬਾਰਡਰ 'ਤੇ ਸੰਗਤ ਬੈਠੀ ਹੈ, ਕਿਸਾਨ ਉਹਨਾਂ ਦੇ ਰੂਬਰੂ ਹੋਣਗੇ, ਉਹਨਾਂ ਨੂੰ ਸੰਬੋਧਨ ਹੋਣਗੇ। ਸਰਕਾਰ ਦਾ ਜਿਹੜਾ ਪ੍ਰਸਤਾਵ ਹੈ ਅੱਜ ਉਹ ਸਾਰੇ ਆਮ ਨਾਗਰਿਕਾਂ ਨੂੰ ਵੀ ਦੱਸਿਆ ਜਾਏਗਾ ਔਰ ਕਮੇਟੀ ਦੇ ਮੈਂਬਰ ਆਪਸ 'ਚ ਮੀਟਿੰਗ ਕਰਕੇ ਸਰਬਸੰਮਤੀ ਨਾਲ ਫਿਰ ਕਿਸੇ ਨਤੀਜੇ 'ਤੇ ਪਹੁੰਚਣਗੇ। ਔਰ ਮੇਰੀ ਨਜ਼ਰ 'ਚ ਸਰਕਾਰ ਜਾਗਰਤ ਹੋਣ ਲੱਗ ਗਈ। ਜਿਵੇਂ ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਵੀ ਬੂਟਾ ਚੱਲ ਪਿਆ, ਆਪਾਂ ਖੁਸ਼ ਬੜੇ ਹੁੰਦੇ ਹਾਂ ਜਦੋਂ ਆਪਣੇ ਘਰ 'ਚ ਆਪਾਂ ਗਮਲੇ 'ਚ ਜਾਂ ਆਪਣੇ ਵਿਹੜੇ 'ਚ ਬੂਟਾ ਬੀਜਦੇ ਹਾਂ। ਆਪਾਂ ਕਿੰਨੇ ਦਿਨ ਪਾਣੀ ਦਿੰਦੇ ਹਾਂ, ਕਿੰਨੇ ਦਿਨ ਪਾਣੀ ਦਿੰਦੇ ਹਾਂ। ਛੋਟੇ ਛੋਟੇ ਬੱਚੇ ਨੇ ਜਿਹੜੇ ਆਪਣੇ, ਉਹ ਰੋਜ਼ ਦੇਖਣ ਜਾਂਦੇ ਨੇ ਵੀ ਅਸੀਂ ਬੂਟਾ ਬੀਜਿਆ ਸੀ, ਉੱਗਿਆ ਜਾਂ ਨਹੀਂ ਉੱਗਿਆ। ਭਾਵੇਂ ਫੁੱਲ ਦਾ ਬੂਟਾ ਹੋਵੇ, ਭਾਵੇਂ ਕੋਈ ਸਬਜ਼ੀ ਫਲ ਦਾ ਬੂਟਾ ਹੋਵੇ, ਆਪਾਂ ਸਾਰੇ ਦੇਖਦੇ ਹਾਂ। ਕਈ ਦਿਨ ਪਾਣੀ ਪਾਉਣ ਤੋਂ ਬਾਅਦ ਅਚਾਨਕ ਬੱਚਾ ਸਵੇਰੇ ਸਵੇਰੇ ਆ ਕੇ ਖੁਸ਼ ਹੁੰਦਾ ਵੀ ਪੱਤਾ ਨਿਕਲਣ ਲੱਗ ਗਿਆ, ਬਾਪੂ ਜੀ ਪੱਤਾ ਨਿਕਲਣ ਲੱਗ ਗਿਆ। ਸੋ ਖੁਸ਼ੀ ਹੁੰਦੀ ਬੱਚੇ ਨੂੰ ਵੀ ਹਾਂ ਵੀ ਸਾਡੀ ਮਿਹਨਤ ਦਾ ਕੋਈ ਨਤੀਜਾ ਨਿਕਲ ਰਿਹਾ। ਸੋ ਹੁਣ ਇਹ ਉਸੇ ਤਰ੍ਹਾਂ ਦੀ ਸਥਿਤੀ ਸਾਡੀ ਸਰਕਾਰ ਲਈ ਹੈ। ਲਗਾਤਾਰ ਕਿਸਾਨ ਅੰਦੋਲਨ ਦੇ ਜ਼ਰੀਏ ਸਰਕਾਰ ਨੂੰ ਜਾਗਰਤੀ ਭਰ ਰਹੇ ਸੀ। ਇਸ ਅੰਦੋਲਨ ਨੂੰ ਮੈਂ ਇੱਕ ਤਰ੍ਹਾਂ ਨਾਲ ਪਾਣੀ ਪਾਉਣ ਵਾਲੀ ਸਥਿਤੀ ਦੇ ਤੌਰ 'ਤੇ ਦੇਖਦਾ ਕਿ ਸਰਕਾਰ ਦੀਆਂ ਅੱਖਾਂ 'ਚ ਜਾਗਰਤੀ ਦੀ ਰੌਸ਼ਨੀ ਇਸ ਪਾਣੀ ਦੇ ਨਾਲ ਜਾ ਰਹੀ ਸੀ ਔਰ ਸਰਕਾਰ ਜਾਗਰਤ ਹੋਣ ਲੱਗ ਗਈ। ਸਰਕਾਰ ਮਹਿਸੂਸ ਕਰਨ ਲੱਗ ਗਈ ਕਿ ਹਾਂ, ਸਾਡਾ ਹੀ ਮੁਲਕ ਹੈ, ਸਾਡੇ ਹੀ ਕਿਸਾਨ ਹੈ,
ਸਾਡਾ ਹੀ ਹਿੱਸਾ ਨੇ, ਸਾਡਾ ਹੀ ਪ੍ਰਬੰਧ ਹੈ ਤੇ ਅਸੀਂ ਹੋਰ ਜਾਗਰੂਕ ਹੁਣ ਹੋਵਾਂਗੇ। ਸੋ ਮੈਨੂੰ ਲੱਗਦਾ ਜਿਹੜੀ 2 ਸਾਲ ਦੀ ਗੱਲ ਸੀ, ਹੁਣ ਕਿਸਾਨਾਂ ਦਾ ਵਿਚਾਰ ਆਊਗਾ। ਕਿਸਾਨਾਂ ਦਾ ਜੋ ਵਿਚਾਰ ਹੋਊਗਾ, ਮੈਨੂੰ ਲੱਗਦਾ ਕਿਸਾਨ ਕੱਲ ਪ੍ਰੈਸ ਕਾਨਫਰੰਸ ਕਰਕੇ ਅੱਜ ਹੀ ਪ੍ਰੈਸ ਕਾਨਫਰੰਸ ਕਰਕੇ ਰਾਤ ਤੱਕ, ਸ਼ਾਮ ਤੱਕ ਅੱਜ ਜ਼ਰੂਰ ਇਹਦੇ ਤੇ ਆਪਣਾ ਚਾਨਣਾ ਪਾ ਦੇਣਗੇ ਵੀ ਉਹ ਸਰਕਾਰ ਦੇ ਇਸ ਪ੍ਰਸਤਾਵ ਦੇ ਉੱਤੇ ਹੁਣ ਕੀ ਗੱਲਬਾਤ ਅੱਗੇ ਵਧਾਉਣਗੇ। ਔਰ ਅਗਰ ਅਜਿਹਾ ਨਹੀਂ ਵੀ ਕਰਦੇ, ਮੈਨੂੰ ਲੱਗਦਾ 22 ਤਰੀਕ ਦੀ ਜਿਹੜੀ ਮੀਟਿੰਗ ਹੈ ਨਾ ਜੀ, ਸਰਕਾਰ ਹੋਰ ਜਾਗਰਤੀ ਪੈਦਾ ਹਾਸਲ ਕਰਕੇ ਆਏਗੀ। ਮੈਨੂੰ ਲੱਗਦਾ ਸਰਕਾਰ ਹੋਰ ਵੱਡੀ ਜਾਗਰਤੀ ਪੈਦਾ ਹਾਸਲ ਕਰਕੇ ਆਏਗੀ। ਹੋ ਸਕਦਾ ਸਰਕਾਰ ਕਹਿ ਦੇ ਵੀ ਚਲੋ 2 ਸਾਲ ਨਹੀਂ, 1.5 ਸਾਲ ਨਹੀਂ, 2 ਸਾਲ ਨਹੀਂ, ਅਸੀਂ 3 ਸਾਲ ਤੱਕ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਮੁਲਤਵੀ, ਸਸਪੈਂਡ, ਰੱਦ, ਜੋ ਮਰਜ਼ੀ ਕਹਿ ਦਈਏ, ਇਹਨਾਂ ਤੇ ਰੋਕ ਲਾਵਾਂਗੇ ਤੇ ਆਪਾਂ ਮਿਲ ਜੁਲ ਕੇ ਕਮੇਟੀਆਂ ਬਣਾ ਕੇ ਕਾਨੂੰਨਾਂ ਦਾ ਖਰੜਾ ਨਵੇਂ ਸਿਰੇ ਤੋਂ ਬਣਾ ਲੈਂਦੇ ਹਾਂ। ਮੈਨੂੰ ਲੱਗਦਾ ਅਗਰ ਸਰਕਾਰ ਇਸ ਗੱਲ ਲਈ ਸਹਿਮਤ ਹੋ ਜੇ ਕਿ ਅਸੀਂ 3 ਸਾਲ, ਤੇ ਫਿਰ ਮੈਨੂੰ ਇਹ ਲੱਗਦਾ ਕਿ ਅਸੀਂ ਇਹ ਮੰਨਾਂਗੇ ਕਿ ਸਰਕਾਰ ਹੋਰ ਜਾਗਰੂਕ ਹੋਗੀ, ਹੋਰ ਜਾਗਰਤੀ ਪੈਦਾ ਹੋ ਗਈ ਸਰਕਾਰ 'ਚ। ਸੋ ਹੁਣ ਇਹ ਬਾਕੀ ਜਾਗਰਤੀ ਕਿੰਨੀ ਕੁ ਸਰਕਾਰ 'ਚ ਆਈ ਹੈ ਔਰ ਕਿਸਾਨ ਕੀ ਫੈਸਲਾ ਕਰਦੇ ਨੇ, ਇਹ ਫੈਸਲਾ ਹੁਣ ਅੱਜ ਵੀ ਮੀਟਿੰਗ ਹੋਣੀ ਹੈ ਕਿਸਾਨਾਂ ਦੀ, ਕੱਲ ਸਰਕਾਰ ਨਾਲ ਮੀਟਿੰਗ ਹੈ। ਸੋ ਮੈਨੂੰ ਲੱਗਦਾ 22 ਜਨਵਰੀ ਹੈ ਜਿਹੜੀ ਗਗਨ, ਉਹ 22 ਜਨਵਰੀ ਕੋਈ ਨਾ ਕੋਈ ਹੋਰ ਜਾਗਰਤੀ ਵਾਲੇ ਦਿਨ ਦੇ ਤੌਰ ਦੇ ਉੱਤੇ ਸਾਨੂੰ ਨਜ਼ਰ ਆਊਗੀ। ਔਰ ਕਿਸਾਨ ਅੰਦੋਲਨ ਹੈ ਜਿਹੜਾ, ਮੈਂ ਇਹ ਕਹੂੰਗਾ ਕਿ ਇਹਨੂੰ ਬੂਰ ਪੈਣ ਲੱਗ ਗਿਆ। ਤਮਾਮ ਸ਼ਹਾਦਤਾਂ ਜਿਹੜੀਆਂ ਹੋਈਆਂ ਨੇ ਕਿਸਾਨਾਂ ਦੀਆਂ, ਉਹਨਾਂ ਦੀਆਂ ਸ਼ਹਾਦਤਾਂ ਕਿਤੇ ਨਾ ਕਿਤੇ ਇੱਕ ਜਾਗਰਤੀ ਪੈਦਾ ਕਰਨ ਦਾ ਕੰਮ ਕਰ ਗਈਆਂ। ਪਰ ਉਹਨਾਂ ਦੇ ਪਰਿਵਾਰ ਨੇ ਜਿਹੜੇ, ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਆਪਣੇ ਪਰਿਵਾਰ ਸਮਝ ਕੇ, ਸਾਰੇ ਕਿਸਾਨਾਂ ਨੂੰ ਉਹਨਾਂ ਦੇ ਨਾਲ ਰਲ ਮਿਲ ਕੇ ਹੀ ਅੱਗੇ ਵਧਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ। ਤਾਂ ਹੀ ਜਿਹੜੇ ਇਹ ਅੰਦੋਲਨ ਨੇ, ਜਿਹੜੀ ਇਹਨਾਂ ਦੀ ਅਸਲ ਭਾਵਨਾ ਹੈ ਅੰਦੋਲਨ ਦੀ, ਉਹ ਬਰਕਰਾਰ ਰਹਿੰਦੀ ਹੈ। ਪਰ ਮੈਨੂੰ ਲੱਗਦਾ ਕਿ ਕਿਸਾਨ ਅੰਦੋਲਨ ਬੜੇ ਚੰਗੇ ਤਰੀਕੇ ਨਾਲ ਚਲਾ ਰਹੇ ਨੇ, ਸ਼ਾਂਤੀਪੂਰਵਕ ਚਲਾ ਰਹੇ ਨੇ ਔਰ ਹੋਰ ਸਰਕਾਰ ਨੂੰ ਜਾਗਰਤੀ ਆ ਜਾਊਗੀ, ਮੈਨੂੰ ਉਮੀਦ ਹੈ ਇਸ ਗੱਲ ਦੀ। ਜੀ ਟਿਡਲਾ ਜੀ, ਇੱਕ ਬਹੁਤ ਵੱਡਾ ਸਵਾਲ ਇਸ ਮੀਟਿੰਗ ਤੋਂ ਬਾਅਦ ਖੜਾ ਹੋਇਆ ਸੀ। ਜਦੋਂ ਮੀਟਿੰਗ ਦੇ ਸ਼ੁਰੂ ਹੁੰਦੀ ਹੈ, ਮੀਟਿੰਗ ਦੇ ਸ਼ੁਰੂ ਹੁੰਦੇ ਸਾਰੀ ਚਰਚਾ NIA ਦੇ ਨੋਟਿਸਾਂ ਦੇ ਉੱਤੇ ਸ਼ੁਰੂ ਹੋ ਜਾਂਦੀ ਹੈ ਕਿ ਜੋ ਅੰਦੋਲਨ ਦੇ ਵਿੱਚ ਕਿਸਾਨ ਨੇ ਉਹਨਾਂ ਨੂੰ ਨੋਟਿਸ ਭੇਜਣਾ ਮੰਦਭਾਗਾ ਹੈ। ਇਹ ਗੱਲ ਸਰਕਾਰ ਦੇ ਮੂਹਰੇ ਰੱਖੀ ਜਾਂਦੀ ਹੈ ਤੇ ਬਲਵੀਰ ਸਿੰਘ ਰਾਜੇਵਾਲ ਹੁਣ ਸੁਣ ਰਿਹਾ ਸੀ, ਉਹ ਕਹਿੰਦੇ ਕਿ ਅਸੀਂ ਸਰਕਾਰ ਦੇ ਮੂਹਰੇ ਜਦੋਂ ਇਹ ਗੱਲ ਰੱਖੀ ਤਾਂ ਸਰਕਾਰ ਦਾ ਕਹਿਣਾ ਸੀ ਕਿ ਅਸੀਂ ਸਾਰੇ ਨੋਟਿਸ ਵਾਪਸ ਕਰਵਾ ਦੇਵਾਂਗੇ। ਉਹਨਾਂ ਦੇ ਮਿਲਾ ਰੰਗ ਵੀ ਵੇਖਣ ਨੂੰ ਮਿਲਿਆ, ਜਿਹੜਾ ਖਾਲਸਾ ਏਡ ਨੂੰ ਨੋਟਿਸ ਆਇਆ ਸੀ ਉਹ ਮੁਲਤਵੀ ਹੋ ਗਿਆ। ਇਹ ਸਾਰੇ ਨੂੰ ਕਿਦਾਂ ਦੇਖੋ, ਜਿਹੜੀ ਖਾਲਸਾ ਏਡ ਜਥੇਬੰਦੀ ਹੈ ਉਹਨੂੰ ਤਾਂ ਨੋਬਲ ਪੁਰਸਕਾਰ ਦੇ ਲਈ ਨੋਮੀਨੇਟ ਕੀਤਾ ਗਿਆ। ਦੇਖੋ ਇਹ ਕਿੱਡੀ ਵੱਡੀ ਮਾਣ ਵਾਲੀ ਗੱਲ ਹੈ ਗਗਨ ਜੀ। ਔਰ ਇਹਦਾ ਮਤਲਬ ਹੈ ਕਿ ਜਿਹੜੀ ਸੇਵਾ ਹੈ, ਕੋਈ ਵੀ ਸੇਵਾ ਹੈ, ਉਹਨੂੰ ਮਾਨਤਾ ਕੁਦਰਤ ਦਵਾ ਦਿੰਦੀ ਹੈ। ਹੁਣ ਅਗਰ ਨੋਬਲ ਪੁਰਸਕਾਰ ਦੇ ਲਈ ਨੋਮੀਨੇਟ ਕੀਤਾ ਗਿਆ ਖਾਲਸਾ ਏਡ ਨੂੰ, ਤੇ ਦੇਖੋ ਕਿੱਡੀ ਇੱਕ ਕਿਰਪਾ ਹੋਈ ਹੈ ਗੁਰੂਆਂ ਦੀ। ਔਰ ਸੱਚੀ ਸੁੱਚੀ ਸੇਵਾ ਲੈ ਕੇ ਅੱਗੇ ਵਧੇ ਸੀ ਖਾਲਸਾ ਏਡ ਵਾਲੇ, ਔਰ ਵੱਧ ਵੀ ਰਹੇ ਨੇ। ਦੇਖੋ ਲਗਾਤਾਰ ਹਰ ਥਾਂ ਉਹ ਮਦਦ ਕਰਦੇ ਨੇ। ਉਹਨਾਂ ਨੂੰ ਬਹੁਤ ਬਹੁਤ ਸ਼ੁਭ ਇੱਛਾਵਾਂ ਔਰ ਆਸ ਕਰਾਂਗੇ ਕਿ ਉਹਨਾਂ ਨੂੰ ਇਹ ਪੁਰਸਕਾਰ ਮਿਲੇ ਤਾਂ ਕਿ ਪੰਜਾਬੀ ਲੋਕਾਂ ਦੇ ਨਾਲ ਸ਼ੁਰੂ ਹੋਈ ਇੱਕ ਸੰਸਥਾ ਜਿਹੜੀ ਖਾਲਸਾ ਏਡ, ਪੰਜਾਬੀ ਲੋਕਾਂ ਨਾਲ ਸ਼ੁਰੂ ਹੋਈ ਜਿਹੜੀ ਸੰਸਥਾ ਹੈ, ਉਹ ਦੁਨੀਆ ਦੀ ਸਿਰਮੌਰ ਸੰਸਥਾ ਬਣੇ ਤੇ ਦੁਨੀਆ ਭਰ ਦੀਆਂ ਹੋਰ ਸੰਸਥਾਵਾਂ ਪ੍ਰੇਰਨਾ ਲੈਣ। ਸੋ ਭਾਰਤ ਦੀ ਸਰਕਾਰ ਨੇ ਖਾਸ ਤੌਰ ਤੇ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੂੰ ਵੀ ਜਦੋਂ ਇਹ ਗੱਲ ਦਾ ਪਤਾ ਲੱਗਿਆ ਕਿ ਖਾਲਸਾ ਏਡ ਜਿਹੜੀ ਜਥੇਬੰਦੀ ਹੈ ਇਹਨੂੰ ਤਾਂ ਨੋਬਲ ਪੁਰਸਕਾਰ ਲਈ ਨੋਮੀਨੇਟ ਕੀਤਾ ਗਿਆ, ਤੇ ਫਿਰ ਇਸੇ ਕਰਕੇ ਉਹਨਾਂ ਨੇ ਜਿਹੜੇ ਉਹਨਾਂ ਦੇ ਇੱਥੋਂ ਦੇ ਡਾਇਰੈਕਟਰ ਨੇ, ਪਤਾ ਲੱਗਿਆ ਕਿ ਉਹਨਾਂ ਨਾਲ ਵੀ ਸੰਪਰਕ ਕੀਤਾ ਔਰ ਉਹਨਾਂ ਨੇ ਕਿਹਾ ਕਿ ਜਿਹੜੇ NIA ਦੇ ਸੰਮਨ ਸੀ ਜਾਂ ਤੁਹਾਨੂੰ ਅਸੀਂ ਬੁਲਾਇਆ ਗਿਆ ਸੀ ਜਾਣਕਾਰੀਆਂ ਹਾਸਲ ਕਰਨ ਲਈ, ਉਹਨੂੰ ਅਸੀਂ ਮੁਲਤਵੀ ਕਰਦੇ ਹਾਂ। ਸਾਨੂੰ ਇਹਦਾ ਸਵਾਗਤ ਕਰਨਾ ਬਣਦਾ ਹੈ। ਇਹ ਬਹੁਤ ਚੰਗਾ ਕਦਮ ਹੈ NIA ਦਾ ਵੀ, ਭਾਰਤੀ ਸਰਕਾਰ ਦਾ ਵੀ। ਔਰ ਜਿਹੜਾ ਤੁਸੀਂ ਦੂਜਾ ਸਵਾਲ ਕੀਤਾ ਰਾਜੇਵਾਲ ਉਹਨਾਂ ਦੇ ਹਵਾਲੇ ਦੇ ਨਾਲ, ਦੇਖੋ ਅੱਜ ਕੱਲ੍ਹ ਦੀ ਮੀਟਿੰਗ 'ਚ ਵੀ ਠੰਡਾ ਗਰਮ ਹੁੰਦਾ ਰਿਹਾ, ਨਰਮ ਗਰਮ ਹੁੰਦਾ ਰਿਹਾ। ਖੇਤੀਬਾੜੀ ਮੰਤਰੀ ਤੋਮਰ ਆਪ ਮੰਨਦੇ ਨੇ ਵੀ ਕਈ ਵਾਰੀ ਨਰਮ ਤੇ ਕਈ ਵਾਰੀ ਗਰਮ ਮੀਟਿੰਗ ਹੋਈ। ਸੋ ਕਿਸਾਨਾਂ ਨੇ ਜ਼ਰੂਰ ਇਤਰਾਜ਼ ਪ੍ਰਗਟ ਕੀਤਾ ਕਿ ਅੰਦੋਲਨ ਚੱਲ ਰਿਹਾ ਹੈ, ਕਿਤੇ ਨਾ ਕਿਤੇ NIA ਦੇ ਨੋਟਿਸਾਂ ਦਾ ਅੰਦੋਲਨ ਦੇ ਦਰਮਿਆਨ ਆਉਣਾ, ਅੰਦੋਲਨ ਨਾਲ ਜੁੜੇ ਲੋਕਾਂ ਨੂੰ ਆਉਣਾ, ਕਿਤੇ ਨਾ ਕਿਤੇ ਸਰਕਾਰ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਹੁੰਦੇ ਸੀ। ਔਰ ਸਰਕਾਰ ਵੀ ਇਹ ਗੱਲਾਂ ਨੂੰ ਤਾਂ ਮਹਿਸੂਸ ਕਰਦੀ ਹੋਈ ਹੈ। ਸੋ ਸਰਕਾਰ ਨੇ ਖੁੱਲ੍ਹ ਕੇ ਤਾਂ ਨਹੀਂ ਕਿਹਾ ਵੀ ਅਸੀਂ ਸਾਰਿਆਂ ਦੇ ਵਾਪਸ ਲੈ ਲਾਂਗੇ। ਖੇਤੀਬਾੜੀ ਮੰਤਰੀ ਕਹਿੰਦੇ ਇੱਕ ਤਾਂ ਅਸੀਂ ਪਤਾ ਕਰਾਂਗੇ, ਵੀ ਜਿਵੇਂ ਆਮ ਤੌਰ ਤੇ ਅਫਸਰ ਕਹਿੰਦੇ ਹੁੰਦੇ ਆ ਨਾ, ਹੈ ਜੀ, ਅਫਸਰ ਕਹਿੰਦੇ ਹੁੰਦੇ ਆ ਨਾ, ਜਿਵੇਂ ਸਕੂਲ ਦਾ ਪ੍ਰਿੰਸੀਪਲ ਹੁੰਦਾ, ਉਹਨੇ ਆਰਡਰ ਦਿੱਤੇ ਹੁੰਦੇ ਵੀ ਜੇ ਅੱਜ ਡੱਲੇ ਹੁਣੀ ਲੇਟ ਆਉਣਗੇ ਤਾਂ ਮਾਸਟਰ ਨੂੰ ਕਿਹਾ ਹੁੰਦਾ ਵੀ ਅਗਰ ਇਹ ਲੇਟ ਆਉਣਗੇ ਤੇ ਅੱਜ ਆਉਂਦੇ ਹੀ ਫਿਰ ਇਹਨਾਂ ਨੂੰ ਕੁੱਕੜ ਬਣਾ ਦਿਓ। ਤੇ ਫਿਰ ਉਹ ਕਈ ਵਾਰੀ ਸ਼ਹਿਤੂਤ ਵਾਲੇ ਡੰਡੇ ਵੀ ਸਾਡੇ ਤਾਂ ਹੱਥਾਂ ਤੇ ਪੈਂਦੇ ਸੀ ਜਦੋਂ ਅਸੀਂ ਲੇਟ ਆਉਂਦੇ ਸੀ। ਸੋ ਉਸ ਤੋਂ ਬਾਅਦ ਕਈ ਵਾਰੀ ਫਿਰ ਪ੍ਰਿੰਸੀਪਲ ਰਾਊਂਡ ਤੇ ਆਉਂਦੇ ਨੇ ਤੇ ਉਦੋਂ ਜਦੋਂ ਕੁੱਕੜ ਬਣੇ ਹੁੰਦੇ ਵਿਦਿਆਰਥੀ, ਤੇ ਫਿਰ ਪ੍ਰਿੰਸੀਪਲ ਕਈ ਵਾਰੀ ਅੱਛਾ ਤੁਹਾਨੂੰ ਇਸ ਤਰ੍ਹਾਂ ਦੀ ਸਜ਼ਾ ਵੀ ਦਿੱਤੀ ਜਾਂਦੀ। ਕਈ ਵਾਰੀ ਉਹ ਵਿਦਿਆਰਥੀਆਂ ਨੂੰ ਸਮਝਾਉਣ ਦੀ ਖਾਤਰ
ਮਾਸਟਰ ਨੂੰ ਵੀ ਕਹਿ ਦਿੰਦੇ ਵੀ ਨਹੀਂ ਮਾਸਟਰ ਜੀ ਇਹੋ ਜਿਹੀ ਸਜ਼ਾ ਨਾ ਦਿਆ ਕਰੋ, ਜੀ ਜਦ ਕਿ ਕਿਹਾ ਭਾਵੇਂ ਉਹਨਾਂ ਨੇ ਆਪ ਹੀ ਹੁੰਦਾ ਹੈ। ਸੋ ਸਰਕਾਰ ਵੀ ਉਸੇ ਪ੍ਰਿੰਸੀਪਲ ਦੀ ਭੂਮਿਕਾ ਕਈ ਵਾਰੀ ਅਦਾ ਕਰਦੀ ਹੈ। ਉੱਥੇ ਸਰਕਾਰ ਕਹਿ ਰਹੀ ਸੀ ਅੱਛਾ ਜੀ ਅਸੀਂ ਪਤਾ ਕਰਾਂਗੇ, ਮਤਲਬ ਸਰਕਾਰ ਨੂੰ ਪਤਾ ਸਭ ਕੁਝ ਹੁੰਦਾ ਹੈ। ਸੋ ਇਹਨੂੰ ਮੈਨੇਜਮੈਂਟ ਵੀ ਕਹਿ ਦਿੰਦੇ ਆ ਕਿ ਇਹ ਮੈਨੇਜਮੈਂਟ, ਜਿਹੜੇ ਲੋਕ ਮੈਨੇਜਮੈਂਟ 'ਚ ਹੁੰਦੇ ਨੇ, ਪ੍ਰਬੰਧ 'ਚ ਹੁੰਦੇ ਨੇ, ਹਾਂਜੀ, ਉਹਨਾਂ ਨੂੰ ਪਤਾ ਸਭ ਕੁਝ ਹੁੰਦਾ। ਕਈ ਵਾਰੀ ਉਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦੇ ਵੀ ਸਾਨੂੰ ਪਤਾ ਕੁਝ ਨਹੀਂ, ਅਸੀਂ ਪਤਾ ਕਰਾਂਗੇ ਤੇ ਅਸੀਂ ਨਿਬੇੜ ਦਾਂਗੇ ਜੀ। ਸੋ ਸੰਕੇਤ ਉਹੀ ਸੀ ਵੀ ਅੱਛਾ ਇਹੋ ਜਿਹੀ ਗੱਲ ਹੋ ਗਈ ਜੀ, ਅਸੀਂ ਪਤਾ ਕਰਾਂਗੇ, ਅਗਰ ਕੁਝ ਇਹੋ ਜਿਹਾ ਹੈ ਤੇ ਜਾਣ ਬੁੱਝ ਕੇ ਨਹੀਂ ਕੀਤਾ ਗਿਆ। ਸੋ ਇਹ ਹੁਣ ਵੇਖਦੇ ਹਾਂ ਕੀ ਬਣਦਾ। ਬਾਕੀ ਇਹ ਜਿਹੜੀ ਆਪਣੀ ਪਹਿਲੀ ਵੀ ਗੱਲ ਹੋਈ ਹੈ ਕਿ ਕਿਸਾਨਾਂ ਨੇ ਸਪਸ਼ਟ ਕਹਿਤਾ ਕਿ ਸਾਰੇ ਕਿਸਾਨ ਨੇ ਜਿਹੜੇ ਉਹ ਸ਼ੁੱਧ ਤੌਰ ਤੇ ਭਾਰਤੀ ਨੇ, ਭਾਰਤੀ ਸੰਵਿਧਾਨ 'ਚ ਭਰੋਸਾ ਰੱਖਣ ਵਾਲੇ ਨੇ, ਤਿਰੰਗਾ ਝੰਡਾ ਟਰੈਕਟਰਾਂ ਤੇ ਲਾ ਕੇ ਹਰ ਵਕਤ ਪਰੇਡ 'ਚ ਜਾਂਦੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕੋਈ ਬਹੁਤੀ ਜ਼ਿਆਦਾ ਗੁੰਜਾਇਸ਼ ਨਹੀਂ ਹੋਣੀ ਚਾਹੀਦੀ ਆਪਸੀ ਮਨਮਟਾਅ ਦੀ, ਔਰ NIA ਨੂੰ ਵੀ ਬਹੁਤ ਟਰਾਂਸਪੇਰੈਂਸੀ ਦੇ ਨਾਲ, ਸਾਰਵਜਨਿਕ ਤੌਰ ਤੇ ਟਰਾਂਸਪੇਰੈਂਸੀ ਦੇ ਨਾਲ ਇਹ ਮਾਮਲੇ ਨੇ ਜਿਹੜੇ ਇਹਨਾਂ 'ਚ ਅੱਗੇ ਵਧਣਾ ਚਾਹੀਦਾ ਹੈ ਜੀ। ਤੇ ਡੱਲਾ ਜੀ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਵਧੀਏ। ਕੱਲ 2 ਵੱਡੇ ਫੈਸਲੇ ਜਿਨ੍ਹਾਂ ਦੇ ਉੱਤੇ ਨਿਗਾਹਾਂ ਸੀ, ਹਾਲਾਂਕਿ ਮੀਟਿੰਗਾਂ 3 ਸੀ, ਉਹਨਾਂ ਦੇ ਵਿੱਚੋਂ ਇੱਕ ਦੇ ਵਿੱਚੋਂ ਕੋਈ ਨਤੀਜਾ ਨਹੀਂ ਆਇਆ, ਪਰ 2, ਇੱਕ ਦਾ ਜਿਹੜੀ ਸੁਪਰੀਮ ਕੋਰਟ ਦੀ ਸੁਣਵਾਈ ਸੀ ਉਹਦੇ ਵਿੱਚ ਬਹੁਤ ਵੱਡੀ ਗੱਲ ਸਾਹਮਣੇ ਆਈ ਕਿ ਸੁਪਰੀਮ ਕੋਰਟ ਨੇ ਕਹਿਤਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ, ਖਾਸ ਕਰਕੇ ਕਿਸਾਨ ਪਰੇਡ ਵਾਲੇ ਮਾਮਲੇ ਦੇ ਵਿੱਚ ਸੁਣਵਾਈ ਨਹੀਂ ਕਰਾਂਗੇ। ਜੋ ਦਿੱਲੀ ਪੁਲਿਸ ਨੇ ਪਟੀਸ਼ਨ ਦਾਇਰ ਕੀਤੀ ਆ ਉਹ ਵਾਪਸ ਲੈਣ ਦੇ ਹੁਕਮ ਦਿੱਲੀ ਪੁਲਿਸ ਨੂੰ ਦੇਤੇ ਨੇ। ਇਸ ਸਾਰੇ ਵਰਤਾਂਤ ਨੂੰ ਕਿੱਦਾਂ ਵੇਖ ਰਹੇ ਹੋ ਜੋ ਸਾਰਾ ਕੁਝ ਸੁਪਰੀਮ ਕੋਰਟ ਦੇ ਵਿੱਚ ਵਾਪਰਿਆ ਕੱਲ? ਦੇਖੋ, ਦਿੱਲੀ ਪੁਲਿਸ ਨੂੰ ਜਦੋਂ ਸੁਪਰੀਮ ਕੋਰਟ ਨੇ ਸਪਸ਼ਟ ਕਹਿਤਾ ਕਿ ਅਸੀਂ ਇਹਦੇ ਤੇ ਫੈਸਲਾ ਨਹੀਂ ਦੇਵਾਂਗੇ, ਇਹ ਤੁਹਾਡੀ ਜੂਰਿਸਡਿਕਸ਼ਨ ਹੈ, ਤੁਹਾਡੀ ਹੱਦ ਹੈ, ਤੁਹਾਡੇ ਕੋਲੇ ਤਾਕਤ ਹੈ, ਤੁਸੀਂ ਆਪਣੇ ਪੱਧਰ ਤੇ ਨਿਬੇੜੋ। ਉਸ ਤੋਂ ਬਾਅਦ ਭਾਰਤ ਦੀ ਸਰਕਾਰ ਨੇ ਦਿੱਲੀ ਪੁਲਿਸ ਦੇ ਜ਼ਰੀਏ ਇਹ ਪਟੀਸ਼ਨ ਵਾਪਸ ਵੀ ਲੈ ਲਈ ਹੈ ਗਗਨ। ਇਹ ਵੀ ਇਹਦੇ ਵਿੱਚ ਅਸੀਂ ਅਪਡੇਟ ਨਾਲ ਜੋੜ ਲਈਏ, ਮਤਲਬ ਕਿ ਹੁਣ ਨਾ ਤਾਂ ਸਰਕਾਰ ਨਾ ਹੀ ਦਿੱਲੀ ਪੁਲਿਸ ਸੁਪਰੀਮ ਕੋਰਟ ਦੇ ਵਿੱਚ ਪਾਰਟੀ ਹੈ ਕਿ ਅਸੀਂ ਕਿਸਾਨ ਪਰੇਡ ਨੂੰ ਨਹੀਂ ਹੋਣ ਦੇਣਾ। ਹੁਣ ਇੱਕ ਗੱਲ ਤਾਂ ਤੈਅ ਹੋ ਗਈ ਕਿ ਕਿਸਾਨ ਪਰੇਡ ਹੋਏਗੀ, ਕਿਉਂਕਿ ਕਿਸਾਨਾਂ ਨੇ ਤਾਂ ਪਹਿਲਾਂ ਹੀ ਅਨਾਉਂਸਮੈਂਟ ਕਰ ਰੱਖੀ ਹੈ, ਐਲਾਨ ਕਰ ਰੱਖੇ ਨੇ ਕਿ ਅਸੀਂ ਕਿਸਾਨ ਪਰੇਡ ਕਰਨੀ ਹੈ, ਔਰ ਦੇਸ਼ ਭਰ ਤੋਂ ਜਿਹੜੇ ਟਰੈਕਟਰ ਨੇ ਉਹ ਤਿਆਰੀਆਂ ਕਰ ਰਹੇ ਨੇ। ਪੰਜਾਬ 'ਚੋਂ ਵੀ ਮੈਨੂੰ ਪਤਾ ਲੱਗਿਆ ਬਹੁਤ ਵੱਡੀ ਗਿਣਤੀ 'ਚ ਟਰੈਕਟਰ ਹੈ ਜਿਹੜੇ ਉਹ ਪਰੇਡ 'ਚ ਸ਼ਾਮਲ ਹੋਣ ਜਾਣਗੇ। ਜ਼ਿਲ੍ਹਾ ਪੱਧਰ ਤੇ ਵੀ ਪਰੇਡ ਕੀਤੀ ਜਾਣੀ ਹੈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਵੀ ਪਰੇਡ ਕੀਤੀ ਜਾਣੀ ਹੈ ਕਿਸਾਨਾਂ ਵੱਲੋਂ। ਇਹ ਤਾਂ ਪ੍ਰੋਗਰਾਮ ਕਿਸਾਨਾਂ ਨੇ ਐਲਾਨ ਦਿੱਤਾ ਸੀ। ਹੁਣ ਇਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਹੁਣ ਦਿੱਲੀ ਪੁਲਿਸ ਕੀ ਕਰੂਗੀ। ਦਿੱਲੀ ਪੁਲਿਸ ਨੇ ਲਗਾਤਾਰ ਮੀਟਿੰਗਾਂ ਕੀਤੀਆਂ, ਦਿੱਲੀ, UP, ਹਰਿਆਣਾ ਤਿੰਨੇ ਸੂਬਿਆਂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਕਿਸਾਨ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਨੇ, ਕਿਉਂਕਿ ਤਿੰਨੇ ਸਟੇਟਾਂ ਨੇ ਜਿਹੜੀਆਂ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ਦੀ ਸਰਹੱਦ ਨਾਲ ਪੰਜਾਬ ਭਾਵੇਂ ਵਾਇਆ ਹਰਿਆਣਾ ਨਾਲ ਲੱਗਦਾ, ਤਿੰਨੇ ਸੂਬਿਆਂ ਦੀ ਸਰਹੱਦ ਸਿੱਧੇ ਰੂਪ 'ਚ ਦਿੱਲੀ ਨਾਲ ਲੱਗਦੀ ਹੈ। ਪੰਜਾਬ ਤੇ ਹਰਿਆਣੇ ਦੀ ਸਾਂਝੀ ਲੱਗਦੀ ਹੈ, ਉੱਧਰ ਉੱਤਰ ਪ੍ਰਦੇਸ਼ ਦੀ ਲੱਗਦੀ ਹੈ। ਸੋ ਇਹ ਤਿੰਨੇ ਸੂਬਿਆਂ ਦੇ ਕਿਸਾਨਾਂ ਨਾਲ ਪੁਲਿਸ ਅਫਸਰਾਂ ਨੇ ਮੀਟਿੰਗਾਂ ਕੀਤੀਆਂ ਨੇ ਗਗਨ। ਉਹਨਾਂ ਤੋਂ ਰੂਟ ਪਲਾਨ ਮੰਗੇ ਗਏ ਨੇ। ਦਿੱਲੀ ਪੁਲਿਸ ਚਾਹੁੰਦੀ ਹੈ ਕਿ ਅਸੀਂ ਜਿਹੜਾ ਤੁਹਾਨੂੰ ਰੂਟ ਦੇਵਾਂਗੇ ਤੁਸੀਂ ਉਹਦੇ ਤੇ ਪਰੇਡ ਕੱਢ ਲਓ। ਕਿਸਾਨ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਕਹਿਤਾ ਕਿ ਅਸੀਂ ਆਊਟਰ ਰਿੰਗ ਰੋਡ ਹੈ ਜਿਹੜਾ ਉਹਦੇ ਤੇ ਲਗਭਗ 50 ਕਿਲੋਮੀਟਰ ਦਾ ਖੇਤਰ ਹੈ, ਅਸੀਂ ਟਰੈਕਟਰਾਂ ਦੇ ਗੇੜੇ ਦੇਣੇ ਆ ਤਿਰੰਗੇ ਝੰਡੇ ਲਾ ਕੇ ਔਰ ਖੇਤੀਬਾੜੀ ਦੇ ਝੰਡੇ ਲਾ ਕੇ। ਔਰ ਕਿਸਾਨ ਜਿੱਡਾ ਜਾਗਰੂਕ ਹੋਇਆ ਔਰ ਜਿੱਡਾ ਕਿਸਾਨ ਨੂੰ ਅਪਾਰ ਸਮਰਥਨ ਮਿਲਿਆ ਗਗਨ, ਮੈਨੂੰ ਇਹ ਲੱਗਦਾ ਹੈ ਕਿ ਦਿੱਲੀ ਪੁਲਿਸ ਨੂੰ ਹੁਣ ਇਹ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਕਿਸਾਨ ਪਰੇਡ ਦੀ, ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਨੂੰ ਵੈਲਕਮ ਕਰਦੇ ਹਾਂ। ਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਨੇ ਜਿਹੜੇ ਉਹ ਗੁਲਦਸਤਾ ਲੈ ਕੇ ਖੜੇ ਹੋਣੇ ਚਾਹੀਦੇ ਨੇ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਆਪਣੀ ਕੋਠੀ ਦੇ ਬਾਹਰ ਆ ਜਾਂਦੇ ਜੇ ਕੋਈ ਧਰਨਾ ਮਾਰਨਾ ਹੋਵੇ ਤਾਂ। ਹੈ ਜੀ, ਹੁਣ ਤਾਂ ਚਲੋ ਜ਼ਿਆਦਾ ਬਜ਼ੁਰਗ ਹੋ ਗਏ ਪ੍ਰਕਾਸ਼ ਸਿੰਘ ਬਾਦਲ, ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਬਾਦਲ ਪਿੰਡ ਹੀ ਨੇ, ਬਾਹਰ ਘੱਟ ਆਉਂਦੇ ਨੇ। ਪਿੱਛੇ ਜੇ ਵਿਧਾਨ ਸਭਾ 'ਚ ਵੀ ਨਹੀਂ ਆਏ, ਮੈਂ ਗਿਆ ਵਿਧਾਨ ਸਭਾ ਪਤਾ ਕਰਨ, ਸੋ ਆਏ ਨਹੀਂ ਪ੍ਰਕਾਸ਼ ਸਿੰਘ ਬਾਦਲ, ਉਮਰ ਸਿਆਣੀ ਹੋ ਗਈ, ਸੋ ਇਸ ਕਰਕੇ ਨਹੀਂ ਆਉਂਦੇ। ਨਹੀਂ ਤਾਂ ਦੇਖੋ ਪ੍ਰਕਾਸ਼ ਸਿੰਘ ਬਾਦਲ ਦਾ ਰਿਕਾਰਡ ਬੜਾ ਚੰਗਾ ਰਿਹਾ ਗਗਨ, ਉਹ ਬੜੀ ਅਨੁਸ਼ਾਸਨ ਦੇ ਵਿੱਚ ਰਹੇ ਨੇ ਆਪਣੀ ਸਾਰੀ ਜ਼ਿੰਦਗੀ। ਉਹ ਲਗਾਤਾਰ ਵਿਧਾਨ ਸਭਾ ਦੇ ਸੈਸ਼ਨਾਂ 'ਚ ਭਾਵੇਂ ਮੁੱਖ ਮੰਤਰੀ ਸੀ ਭਾਵੇਂ ਵਿਰੋਧੀ ਧਿਰ 'ਚ ਸੀ, ਲਗਾਤਾਰ ਜਾਂਦੇ ਸੀ। ਹੁਣ ਦਿੱਲੀ ਪੁਲਿਸ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਗੁਲਦਸਤੇ ਲੈ ਕੇ ਸਵਾਗਤ ਕਰਨਾ ਚਾਹੀਦਾ ਦਿੱਲੀ ਦੇ ਬਾਰਡਰ ਤੇ, ਜਦੋਂ ਸਾਡੇ ਕਿਸਾਨ ਪਰੇਡ ਕਰਨ ਲਈ, ਟਰੈਕਟਰ ਪਰੇਡ ਕਰਨ ਦੇ ਲਈ ਅੱਗੇ ਜਾਣਗੇ, ਔਰ ਫਿਰ ਤਾਂ ਗੱਲ ਬਹੁਤ ਚੰਗੀ ਲੱਗੂਗੀ। ਔਰ ਦਿੱਲੀ ਦੀ ਪੁਲਿਸ ਨੂੰ ਵਾਧੂ ਬਾਲਾ ਜਿਹੜਾ ਬੁਲਾ ਲੈਣਾ ਚਾਹੀਦਾ, ਕਿਉਂਕਿ ਕਿਸਾਨਾਂ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ। ਕੋਈ ਬਾਹਰਲਾ ਵਿਅਕਤੀ ਆ ਕੇ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ। ਸੋ ਮੈਂ ਤਾਂ ਇੱਥੋਂ ਤੱਕ ਚਾਹੂੰਗਾ ਕਿ ਦਿੱਲੀ ਪੁਲਿਸ ਕਿਸਾਨਾਂ ਤੋਂ ਅੰਦਾਜ਼ਨ ਅੰਕੜੇ ਲੈ ਲੇ ਵੀ ਕਿੰਨੇ ਕੁ ਟਰੈਕਟਰ ਹੋਣਗੇ, ਹਰ ਟਰੈਕਟਰ ਤੇ ਇੱਕ ਪੁਲਿਸ ਦਾ ਮੁਲਾਜ਼ਮ ਹੀ ਦੇ ਦਿਓ। ਹਾਂਜੀ, ਜਿਵੇਂ ਪੰਜਾਬ 'ਚ ਮੈਂ ਕਈ ਵਾਰੀ ਦੇਖਦਾ ਜੇ ਕੈਪਟਨ ਅਮਰਿੰਦਰ ਦਾ ਦੌਰਾ ਹੋਵੇ ਜਾਂ ਪ੍ਰਧਾਨ ਮੰਤਰੀ ਦਾ ਦੌਰਾ ਹੋਵੇ
ਜਾਂ ਸੁਖਬੀਰ ਬਾਦਲ ਦਾ ਪਹਿਲਾਂ ਦੌਰਾ ਹੁੰਦਾ ਸੀ, ਹਰ ਮੋੜ ਤੇ ਇੱਕ ਪੁਲਿਸ ਮੁਲਾਜ਼ਮ ਲਾ ਦਿੱਤਾ ਜਾਂਦਾ ਸੀ ਜੀ। ਹਾਲਾਂਕਿ ਇੰਨਾ ਵੱਡਾ ਖਤਰਾ ਹੁੰਦਾ ਨਹੀਂ ਲੀਡਰਾਂ ਨੂੰ, ਕਿਉਂਕਿ ਉਹਨਾਂ ਨਾਲ ਆਪਣੇ ਨਾਲ ਹੀ ਕਈ ਜਿਪਸੀਆਂ, ਕਈ ਕਮਾਂਡੋ, ਖਾਸਾ ਕੁਝ ਤੁਰਿਆ ਫਿਰਦਾ ਹੁੰਦਾ ਜੀ। ਕਈ ਸਮਰਥਕਾਂ ਦੀਆਂ ਗੱਡੀਆਂ ਹੁੰਦੀਆਂ ਨੇ, ਐਂਬੂਲੈਂਸ ਹੁੰਦੀ ਹੈ, ਵਿੱਚ ਫਾਇਰ ਬ੍ਰਿਗੇਡ ਵਾਲੀ ਗੱਡੀ ਹੁੰਦੀ ਹੈ, ਬੜਾ ਕੁਝ ਹੁੰਦਾ। ਸੋ ਦਿੱਲੀ ਪੁਲਿਸ ਪ੍ਰਤੀ ਟਰੈਕਟਰ ਇੱਕ ਮੁਲਾਜ਼ਮ ਤੈਨਾਤ ਕਰਦੇ, ਉਹ 50 ਕਿਲੋਮੀਟਰ 'ਚ ਪ੍ਰਤੀ ਟਰੈਕਟਰ, ਤਾਂ ਕਿ ਕੋਈ ਬਾਹਰਲਾ ਵਿਅਕਤੀ ਹੈ ਜਿਹੜਾ ਉਹ ਸੜਕ ਟੱਪ ਕੇ ਟਰੈਕਟਰਾਂ ਦੇ ਵਿੱਚ ਨਾ ਆਵੇ ਜੀ। ਸੋ ਇਹ ਹੁਣ ਦਿੱਲੀ ਪੁਲਿਸ ਨੂੰ ਆਪਣੇ ਵੱਲੋਂ ਕੋਈ ਪ੍ਰਬੰਧ ਕਰਨਾ ਚਾਹੀਦਾ। ਜਿਹੜੀ ਗਣਤੰਤਰ ਦਿਵਸ ਦੀ ਪਰੇਡ ਆ ਸਰਕਾਰੀ, ਉਹ ਅਸੀਂ ਟੈਲੀਵਿਜ਼ਨਾਂ ਤੇ ਦੇਖਾਂਗੇ। ਕਿਸਾਨ ਪਰੇਡ ਅਸੀਂ ਸੋਸ਼ਲ ਮੀਡੀਆ ਤੇ ਦੇਖਾਂਗੇ, ਕਿਉਂਕਿ ਹੋ ਸਕਦਾ ਵਿੱਚ ਸਾਡੇ ਗੋਦੀ ਵਾਲਾ ਮੀਡੀਆ ਵੀ ਆ, ਜੀ। ਉਹ ਕਈ ਵਾਰੀ ਨਹੀਂ ਦਿਖਾਉਂਦਾ। ਸੋ ਸੋਸ਼ਲ ਮੀਡੀਆ ਸਾਰਿਆਂ ਦਾ ਸਾਂਝਾ ਮੀਡੀਆ, ਸਾਡੇ ਸਾਰੇ ਭਾਈਚਾਰਿਆਂ ਦਾ, ਉਹਦੇ ਤੇ ਅਸੀਂ ਕਿਸਾਨ ਪਰੇਡ ਦੀਆਂ ਤਸਵੀਰਾਂ ਦੇਖ ਲਾਂਗੇ। ਭਾਰਤ ਦਾ ਸਮਾਗਮ ਹੈ ਜਿਹੜਾ ਸਰਕਾਰੀ ਸਮਾਗਮ ਹੈ, ਜਿਹੜਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ, ਬੜੇ ਮਾਨਯੋਗ ਪ੍ਰਧਾਨ ਮੰਤਰੀ ਨੇ, ਉਹ ਅਸੀਂ ਸਾਰੇ ਟੈਲੀਵਿਜ਼ਨ ਚੈਨਲਾਂ ਤੇ ਦੇਖ ਲਾਂਗੇ। ਦੋਨੇ ਸਮਾਗਮਾਂ ਦਾ ਲੋਕ ਨੇ ਜਿਹੜੇ ਉਹ ਦੇਖ ਲੈਣਗੇ। ਗਣਤੰਤਰ ਦਿਵਸ ਕਿਵੇਂ ਅਸੀਂ ਮਨਾ ਰਹੇ ਹਾਂ, ਸਾਰੇ ਪਾਸੇ ਅਸੀਂ ਸ਼ਮੂਲੀਅਤ ਕਰਾਂਗੇ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਚ ਵੀ ਔਰ ਟਰੈਕਟਰ ਰੈਲੀ 'ਚ ਵੀ ਅਸੀਂ, ਪਰੇਡ ਵੀ ਅਸੀਂ ਦੇਖ ਕੇ ਸ਼ਮੂਲੀਅਤ ਕਰ ਲਾਂਗੇ। ਔਰ ਥਾਂ ਭਾਰਤ ਦੇ ਵਿੱਚ ਸਮਾਗਮ ਮਨਾਏ ਜਾਣੇ ਨੇ, ਉਹ ਸਾਰੇ ਲੋਕ ਉਹਦੇ 'ਚ ਸ਼ਮੂਲੀਅਤ ਕਰਨਗੇ। ਹੁਣ ਦਿੱਲੀ ਪੁਲਿਸ ਨੂੰ ਕੀ ਚਾਹੀਦਾ ਹੈ? ਦਿੱਲੀ ਪੁਲਿਸ ਆਫਰ ਕਰੇ ਕਿ ਅਸੀਂ ਤੁਹਾਨੂੰ ਸੁਰੱਖਿਆ ਦਿੰਦੇ ਹਾਂ। ਦਿੱਲੀ ਪੁਲਿਸ ਕਵੇ ਤੁਸੀਂ ਜਿੱਥੇ ਪਰੇਡ ਕਰਨੀ ਹੈ ਸਾਡੀ ਸਿਕਿਉਰਿਟੀ ਤੁਹਾਡੇ ਨਾਲ ਰਹੂਗੀ। ਔਰ ਦੇਖੋ ਕਿੰਨੀ ਖੁਸ਼ੀ ਫਿਰ ਜਿਹੜੀ ਇਹ ਕਿਸਾਨ ਪਰੇਡ ਹੈ ਇਹ ਸਿਰੇ ਚੜੂਗੀ। ਔਰ ਮੁਬਾਰਕਬਾਦ ਵਾਲਾ ਦਿਨ ਹੋ ਜਾਣਾ ਜੀ। ਤਿਰੰਗੇ ਝੰਡੇ ਲੱਗੇ ਹੋਣੇ ਨੇ ਟਰੈਕਟਰਾਂ ਤੇ, ਨਾਲ ਕਿਸਾਨੀ ਦਾ ਝੰਡਾ ਲੱਗਿਆ ਹੋਣਾ ਹੈ ਜੀ। ਬਿਲਕੁਲ। ਸੋ ਇਸ ਕਰਕੇ ਇਹੋ ਜਿਹਾ ਗਣਤੰਤਰ ਦਿਵਸ ਬਣਨਾ ਚਾਹੀਦਾ। ਔਰ ਦੂਜੀ ਗੱਲ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਰਕਾਰ 'ਚ ਜਾਗਰਤੀ ਪੈਦਾ ਹੋ ਰਹੀ ਹੈ, ਸਰਕਾਰ 'ਚ ਜਾਗਰਤੀ ਪੈਦਾ ਹੋ ਰਹੀ ਹੈ। ਸਾਡੇ ਅਖਬਾਰ ਵੀ ਹੈ ਜਾਗਰਤੀ ਲਹਿਰ, ਗੌਤਮ ਜਲੰਧਰੀ ਸਾਡੇ ਬਹੁਤ ਸਤਿਕਾਰਯੋਗ ਦੋਸਤ ਨੇ, ਉਹ ਸੰਪਾਦਕ ਨੇ ਜਾਗਰਤੀ ਲਹਿਰ। ਤੁਸੀਂ ਜ਼ਰੂਰ YouTube ਤੇ ਵੀ ਦੇਖ ਸਕਦੇ ਹੋ, ਔਰ ਉਹਦਾ ਪੇਪਰ ਵੀ ਆਉਂਦਾ, ਤੁਸੀਂ ਉਹ ਵੀ ਪੜ੍ਹ ਸਕਦੇ ਹੋ, ਛਾਪਦੇ ਵੀ ਨੇ ਉਹ ਅਖਬਾਰ ਨੂੰ। ਸੋ ਸਰਕਾਰ 'ਚ ਵੀ ਇਸੇ ਤਰ੍ਹਾਂ ਜਾਗਰਤੀ ਦੀ ਲਹਿਰ ਪੈਦਾ ਹੋ ਰਹੀ। ਅਗਰ 22 ਤਰੀਕ ਤੱਕ ਸਰਕਾਰ ਹੋਰ ਜਾਗਰਤ ਹੋ ਗਈ, ਹੋ ਸਕਦਾ ਸਮਝੌਤਾ ਹੀ ਹੋ ਜੇ। ਫਿਰ ਤਾਂ ਇਹ ਵੀ ਹੋ ਸਕਦਾ ਕਿ ਰਾਜਨਾਥ ਸਿੰਘ, ਅਮਿਤ ਸ਼ਾਹ ਜਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਆਪਣਾ ਸਮਾਗਮ ਕਰਕੇ ਟਰੈਕਟਰ ਪਰੇਡ 'ਚ ਆ ਜਾਣ, ਇਹ ਵੀ ਹੋ ਸਕਦਾ। ਸੋ ਚੰਗੇ ਦੀ ਆਸ ਰੱਖੀਏ ਗਗਨ, ਕਿ ਸਾਰਾ ਕੁਝ ਵਧੀਆ ਹੋਵੇ ਜੀ। ਬਿਲਕੁਲ। ਸੋ ਵੱਖੋ ਵੱਖਰੇ ਤਰੀਕੇ ਦੇ, ਹਾਲਾਂਕਿ ਜੋ ਕਿਸਾਨ ਪਰੇਡ ਨਿਕਲਣੀ ਹੈ ਇਸ ਨੂੰ ਲੈ ਕੇ ਵੱਖੋ ਵੱਖਰੇ ਬਿਆਨ ਨੇ, ਸਿਆਸਤ ਦੇ ਵਿੱਚੋਂ ਵੀ ਬਿਆਨ ਇਸ ਕਿਸਾਨ ਪਰੇਡ ਨੂੰ ਲੈ ਕੇ ਨੇ। ਸਿਮਰਜੀਤ ਬੈਂਸ ਹੁਣਾਂ ਦਾ ਬਿਆਨ ਵੀ ਸੁਣਾਵਾਂਗੇ। ਸਿਮਰਜੀਤ ਬੈਂਸ ਕਹਿੰਦੇ ਕਿ ਅਸੀਂ ਆਪਣੀ ਪਾਰਟੀ ਦੇ ਪੱਧਰ ਦੇ ਉੱਤੇ ਡਿਊਟੀਆਂ ਲਾਈਆਂ ਨੇ ਸਭ ਦੀਆਂ ਕਿ ਇਸ ਕਿਸਾਨ ਪਰੇਡ ਦੇ ਵਿੱਚ ਵੱਧ ਤੋਂ ਵੱਧ ਹੁਮ-ਹੁਮਾ ਕੇ ਪਹੁੰਚੋ, ਤਾਂ ਜੋ ਕਿਸਾਨ ਪਰੇਡ ਨੂੰ ਹਰ ਤਰ੍ਹਾਂ ਦੇ ਨਾਲ ਸਫਲ ਬਣਾਇਆ ਜਾਵੇ। ਵੈਸੇ ਪੋਲੀਟੀਕਲ ਲੋਕਾਂ ਦੀ ਲੋੜ ਨਹੀਂ ਸੀ, ਤੁਸੀਂ ਗੱਲ ਛੇੜੀ, ਪੋਲੀਟੀਕਲ ਲੋਕਾਂ ਦੀ ਲੋੜ ਨਹੀਂ ਸੀ। ਸਿਮਰਜੀਤ ਬੈਂਸ ਕਈ ਦਿਨ ਹੋ ਗਏ, ਵੈਸੇ ਕੋਈ ਖਬਰਾਂ ਜ਼ਿਆਦਾ ਸੁਣੀਆਂ ਨਹੀਂ ਸਿਮਰਜੀਤ ਬੈਂਸ ਦੀਆਂ, ਕਿਤੇ ਛੋਟੀ ਤੇ ਹੋਣੇ ਆ ਜਾਂ ਕਿਤੇ ਘਰੇਲੂ ਰੁਝੇਵੇਂ 'ਚ ਹੋਣੇ ਆ। ਹੋ ਸਕਦਾ ਸਰਗਰਮ ਹੋਣ, ਕਿਉਂਕਿ ਕਿਸਾਨ ਅੰਦੋਲਨ 'ਚ ਪਾਰਟੀਆਂ ਦੀਆਂ ਖਬਰਾਂ ਦਾ ਵੀ ਨਹੀਂ ਪਤਾ ਲੱਗਦਾ, ਪਾਰਟੀਆਂ ਦੀ ਐਕਟੀਵਿਟੀ ਦਾ ਵੀ ਨਹੀਂ ਜ਼ਿਆਦਾ ਪਤਾ ਲੱਗਦਾ। ਹੋ ਸਕਦਾ ਸਿਮਰ ਬੈਂਸ ਸਰਗਰਮੀ ਹੋਵੇ, ਪਰ ਕਿਸਾਨਾਂ ਦੇ ਅੰਦੋਲਨ 'ਚ ਪੋਲੀਟੀਕਲ ਪਾਰਟੀਆਂ ਨੂੰ ਦੂਰ ਹੀ ਰਹਿਣ ਦੀ ਲੋੜ ਸੀ। ਮੇਰੀ ਨਜ਼ਰ 'ਚ ਅਗਰ ਇਹ ਦੂਰ ਹੀ ਰਹਿੰਦੇ ਤੇ ਬੜੀ ਚੰਗੀ ਗੱਲ ਸੀ। ਬਾਕੀ ਠੀਕ ਹੈ, ਇਹਨਾਂ ਨੇ ਜੇ ਫੈਸਲਾ ਕਰ ਲਿਆ, ਦੇਖੋ ਕਿਸਾਨ ਤਾਂ ਸਾਰੇ ਹੀ ਨੇ, ਸਾਰੀਆਂ ਪੋਲੀਟੀਕਲ ਪਾਰਟੀਆਂ ਵਾਲੇ ਲੋਕ ਵੀ ਕਿਸਾਨ ਹੀ ਨੇ, ਪਰ ਉਹ ਬਤੌਰ ਕਿਸਾਨ ਜਾਣ, ਉਹਨਾਂ ਨੂੰ ਪੋਲੀਟੀਕਲ ਪਾਰਟੀ ਦਾ ਝੰਡਾ ਨਾ ਦੇ ਦੇਣ। ਹੁਣ ਲੋਕ ਇਨਸਾਫ ਪਾਰਟੀ ਵਾਲੇ ਆਪਣਾ ਝੰਡਾ ਨਾ ਲਵਾ ਦਿਓ ਟਰੈਕਟਰਾਂ ਤੇ, ਝੰਡਾ ਤਿਰੰਗਾ ਲਾਓ ਤੇ ਖੇਤੀਬਾੜੀ ਵਾਲਾ ਲਾਓ, ਲੋਕ ਇਨਸਾਫ ਪਾਰਟੀ ਵਾਲਾ ਬਾਅਦ ਚ ਲਾ ਲਿਓ। ਬੜਾ ਸਮਾਂ ਤੁਹਾਡੇ ਕੋਲ, ਦੋਵੇਂ ਭਰਾਵਾਂ ਕੋਲ ਬਹੁਤ ਸਮਾਂ। ਬਿਲਕੁਲ। ਸੋ ਡੱਲਾ ਜੀ, ਇਸ ਦੇ ਨਾਲ ਹੀ ਜੇ ਪੰਜਾਬ ਦੀ ਸਿਆਸਤ ਦੇ ਵੱਲ ਆਈਏ, ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸਤ ਹੁਣ ਫਿਰ ਪੰਜਾਬ ਦੇ ਵਿੱਚ ਗਰਮਾਈ ਹੈ। ਕਿਸੇ ਪਾਸਿਓਂ ਸਿਮਰਜੀਤ ਬੈਂਸ ਉਹਨਾਂ ਦਾ ਵੀ ਬਿਆਨ ਹੈ ਇਸ ਮਾਮਲੇ ਦੇ ਵਿੱਚ, ਉਹ ਕਹਿੰਦੇ ਕਿ ਨਗਰ ਨਿਗਮ ਚੋਣਾਂ ਮੁਲਤਵੀ ਹੋਣੀ ਚਾਹੀਦੀਆਂ ਨੇ, ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ, ਲੋਕਾਂ ਨੂੰ ਵੋਟਾਂ ਪਾਉਣ ਦੇ ਲਈ ਵਾਪਸ ਆਉਣਾ ਪੈਣਾ, ਇਸ ਕਰਕੇ ਪ੍ਰਭਾਵਿਤ ਹੋ ਸਕਦਾ ਕਿਸਾਨੀ ਅੰਦੋਲਨ। ਇਹ ਸਾਰੇ ਰੁਝੇਵੇਂ ਨੂੰ ਕਿੱਦਾਂ ਵੇਖ ਰਹੇ ਹੋ? ਦੇਖੋ, ਮੈਂ ਉਹੀ ਕਹਿੰਦਾ ਨਾ, ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਬਹੁਤ ਸਾਰੇ ਫੈਸਲੇ ਆਪਣੀ ਸਹੂਲਤ ਮੁਤਾਬਕ ਕਰਦੀਆਂ ਨੇ। ਕੈਪਟਨ ਅਮਰਿੰਦਰ ਨੂੰ ਤਾਂ ਇਸ ਗੱਲ ਦੀ ਸਹੂਲਤ ਹੈ ਨਾ, ਅਗਰ ਫਰਵਰੀ 'ਚ 14 ਫਰਵਰੀ ਦਾ ਦਿਨ ਹੈ, ਅਗਰ 14 ਫਰਵਰੀ ਨੂੰ ਵੀ ਵੋਟਾਂ ਪੈ ਜਾਣ, ਕਿਉਂਕਿ ਇਸ ਵਕਤ ਹਾਲਾਤ ਜ਼ਿਆਦਾ ਅਨੁਕੂਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ, ਜ਼ਿਆਦਾ ਅਨੁਕੂਲ ਨਹੀਂ ਹੈ ਅਕਾਲੀ ਦਲ ਦੇ। ਇਸ ਕਰਕੇ ਕਾਂਗਰਸ ਨੂੰ ਇਹ ਲੱਗਦਾ ਹੋ ਸਕਦਾ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੀ ਵੋਟਾਂ ਪਾ ਦੇਣ, ਸੁਖਬੀਰ ਬਾਦਲ ਨੂੰ ਵੀ ਪਾ ਦੇਣ। ਹੋ ਸਕਦਾ ਮੇਰੀ ਸੋਚ ਨਾਲ ਲੋਕ ਨਾ ਸਹਿਮਤ ਹੋਣ, ਕਿਉਂਕਿ ਸਾਰੇ ਆਪਣੇ ਆਪਣੇ ਹਿਸਾਬ ਦੇ ਨਾਲ ਵਿਸ਼ਾ ਰੱਖਦੇ ਨੇ। ਮੈਨੂੰ ਇਹ ਲੱਗ ਰਿਹਾ ਕਿ ਬੀਜੇਪੀ ਔਰ ਅਕਾਲੀ ਦਲ ਦੇ ਜ਼ਿਆਦਾ ਅਨੁਕੂਲ ਨਹੀਂ, ਕਿਉਂਕਿ ਜਦੋਂ ਖੇਤੀ ਕਾਨੂੰਨ ਪਾਸ ਹੋਏ ਦੋਵੇਂ ਪਾਰਟੀਆਂ ਘਿਓ ਖਿਚੜੀ ਸੀ, 9 ਮਾਸ ਸੀ। ਘਿਓ ਖਿਚੜੀ ਗਲਤ ਕਹਿ ਗਿਆ ਮੈਂ, 9 ਮਾਸ ਸੀ। ਘਿਓ ਖਿਚੜੀ ਸ਼ਬਦ ਵੀ ਵਰਤਿਆ ਕਈ ਵਾਰ, ਹਾਂ, ਪਰ ਇਹ 9 ਮਾਸ ਸੀ, ਹਨਾ ਜੀ। ਦੇਖੋ, ਘਿਓ ਖਿਚੜੀ ਚੋਂ, ਘਿਓ ਤਾਂ ਖਿਚੜੀ ਚੋਂ ਤੁਸੀਂ ਕੱਢ ਹੀ ਨਹੀਂ ਸਕਦੇ ਜੀ, ਜਾਂ ਕੱਢ ਲਓਗੇ ਜਿਸ ਤਰ੍ਹਾਂ ਨਿਕਲਿਆ, ਨਾ ਖਿਚੜੀ ਚੋਂ ਘਿਓ ਨਿਕਲ ਸਕੇ, ਨਾ ਘਿਓ ਚੋਂ ਖਿਚੜੀ ਨਿਕਲ ਸਕੇ। ਉਹ ਤਾਂ ਸੀਗਾ ਘਿਓ ਖਿਚੜੀ ਵਾਲੀ ਗੱਲ। ਇਸ ਕਰਕੇ ਮੈਂ ਇਹਨਾਂ ਨੂੰ ਘਿਓ ਖਿਚੜੀ ਵਾਲਾ ਸ਼ਬਦ ਵਾਪਸ ਲੈਣਾ। ਇਹ 9 ਮਾਸ ਦਾ ਠੀਕ ਹੈ, ਕਿਉਂਕਿ ਇਹ ਤਾਂ ਅਲੱਗ ਹੋ ਗਏ ਜੀ। ਹਾਂਜੀ, 9 ਤੇ ਮਾਸ
ਉਦਾਂ ਅਲੱਗ ਹੁੰਦੇ ਨਹੀਂ, ਪਰ ਕਰਨ ਵਾਲੇ ਕਰ ਦਿੰਦੇ। ਦੇਖੋ ਜੀ। ਕਰਤਾ ਇਹਨਾਂ ਨੇ। ਵੱਡੇ ਬਾਦਲ ਸਾਹਿਬ ਹਮੇਸ਼ਾ ਕਿਹਾ ਕਰਦੇ ਸੀ, ਕਹਿੰਦੇ ਸਾਡਾ ਤੇ ਭਾਜਪਾ ਦਾ 9 ਮਾਸ ਦਾ ਰਿਸ਼ਤਾ ਹੈ, ਇਹ ਗੱਠਜੋੜ ਕਦੇ ਖਤਮ ਨਹੀਂ ਹੋ ਸਕਦਾ। ਲਓ ਹੋ ਗਿਆ ਜੀ। ਜੀ ਉਹੀ ਗੱਲ ਮੈਂ ਸਾਡੀ ਭਾਰਤ ਦੀ ਸਰਕਾਰ ਬਾਰੇ ਵੀ ਕਹਿ ਰਿਹਾ ਸੀ, ਜਿਹਨੂੰ ਜਾਗਰਤੀ ਕਾਫੀ ਆ ਰਹੀ ਹੈ। ਜੀ ਸਰਕਾਰ ਵੀ ਕਹਿੰਦੀ ਸੀ ਵੀ ਇਹ ਕਾਨੂੰਨ ਕਦੀ ਰੱਦ ਨਹੀਂ ਹੋ ਸਕਦੇ। ਜੀ ਹੁਣ ਸਰਕਾਰ ਇੱਥੇ ਤਾਂ ਆ ਗਈ ਨਾ ਵੀ ਅਸੀਂ ਸਾਲ, 1.5 ਸਾਲ, 2 ਸਾਲ ਲਈ ਰੱਦ ਕਰਨ ਨੂੰ ਤਿਆਰ ਆ। ਜੀ ਭਾਵੇਂ ਸੁਪਰੀਮ ਕੋਰਟ ਨੇ ਕੀਤੇ ਹੋਏ ਆ, ਸੁਪਰੀਮ ਕੋਰਟ ਨੇ ਤਾਂ ਮੁਲਤਵੀ ਕੀਤੇ ਆ ਨਾ ਅਗਲੇ ਹੁਕਮਾਂ ਤੱਕ, ਜੀ ਹੈਨਾ। ਹੁਣ ਸਰਕਾਰ ਆਪਣੇ ਮੂੰਹੋਂ ਸਾਲ, 1.5 ਸਾਲ, 2 ਸਾਲ ਤੇ ਆ ਗਈ, ਜਾਗਰਤੀ ਆ ਗਈ। ਜੀ ਹੋ ਸਕਦਾ ਸਰਕਾਰ ਨੂੰ ਇਹ ਜਾਗਰਤੀ ਆ ਜਾਏ, ਸਰਕਾਰ ਕਵੇ ਚਲੋ ਅਸੀਂ, ਤੁਸੀਂ 2 ਸਾਲ ਨਹੀਂ ਕਹਿੰਦੇ, ਅਸੀਂ 3 ਸਾਲ, 4 ਸਾਲ, 5 ਸਾਲ, ਐ ਵੀ ਕਹਿ ਸਕਦੀ ਹੈ ਸਰਕਾਰ। ਜੀ ਤੇ ਸਰਕਾਰ ਦਾ ਕਾਰਜਕਾਲ 5 ਸਾਲ ਦਾ, ਸਾਲ ਤੋਂ ਤਾਂ ਟੱਪ ਗਏ। ਬਿਲਕੁਲ 1 ਸਾਲ ਤੋਂ ਤਾਂ ਜ਼ਿਆਦਾ ਹੋ ਗਿਆ ਮੋਦੀ ਸਾਹਿਬ ਨੂੰ ਦੁਬਾਰਾ 6ਵੀਂ ਵਾਰ ਪ੍ਰਧਾਨ ਮੰਤਰੀ, 6ਵੇਂ ਸਾਲ 'ਚ ਪ੍ਰਧਾਨ ਮੰਤਰੀ ਦੇ। ਜੀ ਸੋ ਇਸ ਕਰਕੇ ਜਾਗਰਤੀ ਪਤਾ ਨਹੀਂ ਗਗਨ ਕਿਸੇ ਵੀ ਸਮੇਂ ਕਿਸੇ ਨੂੰ ਵੀ ਆ ਸਕਦੀ ਹੈ। ਬਿਲਕੁਲ ਸੋ ਅਗਰ ਜਾਗਰਤੀ ਆ ਜੇ ਤੇ ਉਹ ਬੜੀ ਖੁਸ਼ੀ ਵਾਲੀ ਗੱਲ ਹੈ। ਜੀ। ਸੋ ਲਗਾਤਾਰ ਪੰਜਾਬ ਦੀ ਸਿਆਸਤ ਦੇ ਉੱਤੇ ਵੀ ਅਸੀਂ ਚਰਚਾ ਕਰ ਰਹੇ ਸੀ। ਚਰਚਾ ਇਸ ਕਰਕੇ ਕੀਤੀ, ਅਸੀਂ ਕਿਸਾਨੀ ਅੰਦੋਲਨ ਤੋਂ ਵੱਖਰੇ ਨਹੀਂ ਚੱਲ ਰਹੇ ਸੀ। ਚਰਚਾ ਇਸ ਕਰਕੇ ਕੀਤੀ ਕਿ ਆਲੇ ਦੁਆਲੇ ਦੀਆਂ ਖਬਰਾਂ ਦਾ ਵੀ ਪਤਾ ਲੱਗੇ, ਕਿਉਂਕਿ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਵੀ ਭਖਿਆ ਅਖਾੜਾ ਵੀ। ਪਰ ਹੁਣ ਦੇਖੋ ਚੋਣਾਂ ਦਾ ਐਲਾਨ ਹੋ ਗਿਆ। ਮੈਨੂੰ ਲੱਗਦਾ ਹੈ ਕਿ ਅਗਰ ਜਨਵਰੀ 'ਚ ਸਰਕਾਰ ਐਡੀ ਜਾਗਰੂਕ ਹੋ ਗਈ, ਕਿਸਾਨ ਔਰ ਸਰਕਾਰ ਔਰ ਕਿਸਾਨਾਂ ਦੀ ਜੇ ਜੱਫੀ ਪੈ ਗਈ, ਇੱਕ ਦੂਜੇ ਨਾਲ ਗਲਵਕੜੀਆਂ ਪੈ ਗਈਆਂ, ਜੱਫੀਆਂ ਪੈ ਗਈਆਂ, ਜੀ ਹਨਾ ਜੀ, ਤੇ ਫਿਰ ਵੋਟਾਂ 14 ਫਰਵਰੀ ਨੂੰ ਫਿਰ ਤਾਂ ਵੋਟਾਂ ਦੇ ਰੰਗ ਲੱਗ ਜਾਣੇ ਆ ਜੀ। ਬਿਲਕੁਲ। ਤੇ ਡੱਲਾ ਜੀ, ਇੱਕ ਅਮਰੀਕਾ ਦੇ ਵੱਲ ਚੱਲੀਏ, ਕਹਿੰਦੇ ਕਿ ਟਰੰਪ ਸਾਹਿਬ ਹੁਣਾਂ ਨੇ ਹੁਣ ਜਿਹੜਾ ਵਾਈਟ ਹਾਊਸ ਸੀ ਉਹ ਛੱਡਤਾ ਏ, ਤੇ ਹੁਣ ਜੋ ਬਾਈਡਨ ਹੋਣੇ ਜਿਹੜੇ ਕੁਰਸੀ ਜਿਹੜੀ ਸਾਂਭਣਗੇ, ਹੁਣ ਜਿਹੜੀ ਸਭ ਤੋਂ ਵੱਡੀ ਕੁਰਸੀ ਮੰਨੀ ਜਾਂਦੀ ਹੈ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੀ ਕੁਰਸੀ, ਉਹ ਹੁਣ ਜੋ ਬਾਈਡਨ ਹੁਣੇ ਸਾਂਭਣ ਦੀ ਤਿਆਰੀ 'ਚ ਨੇ। ਵਾਈਟ ਹਾਊਸ ਨੂੰ ਲੈ ਕੇ ਬਹੁਤ ਚਰਚਾਵਾਂ ਸੀ ਕਿ ਨਹੀਂ ਛੱਡਣਗੇ, ਇਹਨਾਂ ਦੇ ਖਿਲਾਫ ਕੋਈ ਮਤਾ ਪਾਸ ਹੋ ਸਕਦਾ ਹੈ। ਇਹ ਚਰਚਾਵਾਂ ਹੁਣ ਸਮਾਪਤ ਹੋ ਗਈਆਂ ਤੇ ਵਾਈਟ ਹਾਊਸ ਖਾਲੀ ਕਰ ਗਏ ਨੇ। ਦੇਖੋ ਚਿੱਟਾ ਛੱਡਣਾ ਹੀ ਪੈਂਦਾ ਜੀ। ਪੰਜਾਬ 'ਚ ਵੀ ਨੌਜਵਾਨ ਚਿੱਟਾ ਛੱਡ ਗਏ ਕਿੰਨੇ, ਬਾਕੀਆਂ ਨੂੰ ਛੱਡਣਾ ਪੈਣਾ ਕਿਉਂਕਿ ਪੁਲਿਸ ਦੀ ਵੀ ਸਖਤੀ ਹੈ। ਚਿੱਟਾ ਨਸ਼ਾ ਸੀ ਪੰਜਾਬ 'ਚ, ਉੱਥੇ ਚਿੱਟਾ ਘਰ ਹੈ। ਮੈਂ ਪੰਜਾਬੀ 'ਚ ਕਹਿੰਦਾ ਵਾਈਟ ਹਾਊਸ ਹੈ। ਵਾਈਟ ਨੂੰ ਪੰਜਾਬੀ ਚਿੱਟਾ ਹੀ ਕਹਿੰਦੇ ਜੀ। ਚਿੱਟਾ ਘਰ। ਸੋ ਜਿਸ ਤਰ੍ਹਾਂ ਟਰੰਪ ਹੋਣੀ ਆਦੀ ਹੋ ਰਹੇ ਸੀ, ਦੇਖੋ ਮੈਂ ਅੱਗੇ ਵੀ ਕਹਿੰਦਾ ਹੁੰਦਾ, ਸਰਕਾਰਾਂ ਤਤਕਾਲੀ ਹੁੰਦੀਆਂ ਨੇ, ਟੈਂਪਰੇਰੀ, ਕਿਰਾਏਦਾਰ ਦੇ ਤੌਰ ਤੇ ਹੁੰਦੀਆਂ ਨੇ ਸਰਕਾਰਾਂ, ਜੀ ਕਿਰਾਏਦਾਰ ਤੇ ਤੌਰ ਤੇ ਹੁੰਦੀਆਂ ਨੇ ਸਰਕਾਰਾਂ। ਸੋ ਇਹ ਹਮੇਸ਼ਾ ਨਹੀਂ ਸੋਚਣਾ ਚਾਹੀਦਾ, ਨਾ ਟਰੰਪ ਨੂੰ ਸੋਚਣਾ ਚਾਹੀਦਾ ਕਿ ਉਹਦੇ ਕੋਲੇ ਰਜਿਸਟਰੀ ਹੈ ਅਮਰੀਕਾ ਦੀ, ਉਹ ਹਮੇਸ਼ਾ ਹੀ ਸਰਕਾਰ 'ਚ ਰਹੂਗਾ। ਨਾ ਕਿਸੇ ਵੀ ਮੁਲਕ 'ਚ, ਸਾਡੇ ਮੁਲਕ 'ਚ ਵੀ ਨਹੀਂ ਅੱਜ ਤੱਕ ਕਿਸੇ ਸਰਕਾਰ ਨੇ ਸੋਚਿਆ ਕਿ ਸਾਡੇ ਕੋਲੇ ਰਜਿਸਟਰੀ ਆ ਗਈ ਮੁਲਕ ਦੀ, ਹਮੇਸ਼ਾ ਅਸੀਂ ਰਾਜ ਕਰਾਂਗੇ। ਆ ਸੁਖਬੀਰ ਨੇ 25 ਸਾਲ ਵਾਲਾ ਬਿਆਨ ਦਿੱਤਾ ਸੀ, ਉਹ ਨਹੀਂ ਪੂਰਾ ਹੋਇਆ। ਦੇਖੋ ਸੁਖਬੀਰ ਕਹਿੰਦਾ ਸੀ ਅਸੀਂ 25 ਸਾਲ ਰਾਜ ਕਰਾਂਗੇ, ਨਹੀਂ ਕਰ ਸਕਿਆ ਸੁਖਬੀਰ। ਜੇ ਸੁਖਬੀਰ ਕਹਿ ਦਿੰਦਾ ਵੀ ਅਸੀਂ 5 ਸਾਲ ਬਾਅਦ ਚੰਗਾ ਕੰਮ ਕਰਕੇ ਫਿਰ 5 ਸਾਲ ਰਾਜ ਕਰਾਂਗੇ, ਫਿਰ ਗੱਲ ਸ਼ਾਇਦ ਸਮਝ ਆਉਂਦੀ। ਜੇ ਤੁਸੀਂ ਪਹਿਲਾਂ ਹੀ ਤੈਅ ਕਰ ਦੋ ਵੀ ਅਸੀਂ 25 ਸਾਲ ਰਾਜ ਕਰਾਂਗੇ, ਹੈ ਗਗਨ ਜੀ, ਸੋ ਫਿਰ ਗੱਲ ਨਹੀਂ ਬਣਦੀ। ਇੰਨਾ ਲੰਮਾ ਸਮਾਂ ਸਰੀਆ ਪਿਆ ਹੋਵੇ, ਗਲ ਜਾਂਦਾ ਜੀ। ਜੀ ਪੋਲੀਟੀਕਲ ਪਾਰਟੀਆਂ ਲਗਾਤਾਰ 25 ਸਾਲ ਬਹੁਤ ਔਖੀਆਂ ਨੇ। ਹਾਂ ਕਰ ਸਕਦੀਆਂ ਨੇ, ਨਿਮਰ ਰਹਿ ਕੇ ਕਰਨ, ਨਿਮਰ ਰਹਿ ਕੇ ਲੋਕਾਂ ਦੀ ਸਹੂਲਤ ਮੁਤਾਬਕ ਕੰਮ ਕਰਨ, ਲੋਕਾਂ ਦੇ ਫਾਇਦੇ ਦਾ ਕੰਮ ਕਰਨ, ਘੁਟਾਲੇ ਨਾ ਹੋਣ, ਕਰਪਸ਼ਨ ਨਾ ਹੋਣ, ਧਰਨੇ ਅੰਦੋਲਨ ਨਾ ਕਰਨੇ ਪੈਣ ਜਿਵੇਂ ਅੰਨਾ ਹਜ਼ਾਰੇ ਉਹਨਾਂ ਨੂੰ ਕਰਨਾ ਪਿਆ। ਜੀ। ਸੋ ਹੁਣ ਦੇਖੋ ਸਾਡੀ ਸਰਕਾਰ 'ਚ ਜਾਗਰਤੀ ਆ ਰਹੀ ਹੈ, ਇਹਦੀ ਲੋੜ ਸੀ। ਅਗਰ ਜਾਗਰਤੀ ਆ ਗਈ, ਕਿਸਾਨਾਂ ਨਾਲ ਬੀਜੇਪੀ ਦੀ ਹੋਰ ਮੁਹੱਬਤ ਬਣ ਗਈ, ਜੱਫੀਆਂ ਪੈ ਗਈਆਂ, ਅਗਲੇ 5 ਸਾਲ ਫਿਰ ਮੋਦੀ ਸਾਹਿਬ ਨੇ ਸਰਕਾਰ ਚਲਾ ਲੈਣੀ ਹੈ। ਜੀ। ਮਿਲਵਰਤਨ ਨਾਲ ਜਿੰਨਾ ਮਰਜ਼ੀ ਸਮਾਂ ਸਰਕਾਰ ਹੈ ਜਿਹੜੀ ਉਹ ਚੱਲ ਸਕਦੀ ਹੈ, ਕਿਉਂਕਿ ਸਰਕਾਰ ਲੋਕਾਂ ਦੀ ਹੀ ਹੈ, ਲੋਕਾਂ ਦੇ ਭਲੇ ਲਈ ਪ੍ਰਬੰਧ ਚਲਾਉਣ ਲਈ ਬਣੀ ਹੈ। ਜੀ। ਸੋ ਡੱਲਾ ਜੀ, ਜਾਂਦੇ ਜਾਂਦੇ ਆਖਰੀ ਟਿੱਪਣੀ ਅੰਨਾ ਹਜ਼ਾਰੇ ਤੇ ਵੀ ਲਾਉਂਗਾ। ਹਾਲਾਂਕਿ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝੀ ਕਰਨੀ ਸੀ, ਸਮਾਂ ਘੱਟ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅੰਨਾ ਹਜ਼ਾਰੇ ਹੋਣਾ ਤੇ ਟਿੱਪਣੀ ਜ਼ਰੂਰ ਲਊਂਗਾ। ਕਹਿੰਦੇ ਉਹ ਵੀ 29-30 ਤਰੀਕ ਤੋਂ ਫਿਰ ਤੋਂ ਜਿਹੜਾ ਅਮਰਨ ਵਰਤ ਦੇ ਉੱਤੇ ਬੈਠਣ ਜਾ ਰਹੇ ਨੇ ਜੇ ਕਿਸਾਨੀ ਅੰਦੋਲਨ ਦਾ ਹੱਲ ਨਹੀਂ ਨਿਕਲਦਾ ਦਿਖਦਾ। ਦੇਖੋ ਉਹ 30 ਜਨਵਰੀ ਤੋਂ ਅੰਨਾ ਹਜ਼ਾਰੇ ਜੀ ਦੁਬਾਰਾ ਕਿਸੇ ਥਾਂ ਤੇ ਮਰਨ ਵਰਤ ਤੇ ਬੈਠ ਸਕਦੇ ਨੇ। ਬੜੇ ਸਤਿਕਾਰਯੋਗ ਬਜ਼ੁਰਗ ਨੇ, ਬਹੁਤ ਵੱਡਾ ਉਹਨਾਂ ਨੇ ਅੰਦੋਲਨ ਕੀਤਾ ਸੀ। ਅੰਨਾ ਹੋਈ ਪਈ ਸੀ ਪੂਰੇ ਮੁਲਕ 'ਚ, ਹੈ ਜੀ। ਜਿਹਨੂੰ ਪੁੱਛੋ ਕਹਿੰਦਾ ਸੀ ਮੈਂ ਵੀ ਅੰਨਾ ਜੀ, ਹੈ ਜੀ। ਟੋਪੀਆਂ ਤੇ ਲਿਖ ਲਿਆ ਸੀ ਮੈਂ ਵੀ ਅੰਨਾ। ਉਹ ਤਾਂ ਬਾਅਦ 'ਚ ਅਰਵਿੰਦ ਕੇਜਰੀਵਾਲ ਨੇ ਜਦੋਂ ਪਾਰਟੀ ਬਣਾ ਲਈ, ਫਿਰ ਉਹ ਮੈਂ ਹੂੰ ਆਮ ਆਦਮੀ ਲਿਖਣ ਲੱਗ ਗਏ, ਜੀ। ਫਿਰ ਆਮ ਆਦਮੀ ਪਾਰਟੀ ਬਣ ਗਈ। ਪਹਿਲਾਂ ਤਾਂ ਮੈਂ ਹੂੰ ਅੰਨਾ ਹੀ ਚੱਲਦਾ ਸੀ, ਹੈ ਜੀ ਕਰਨ। ਸੋ ਹੁਣ ਉਹ ਅੰਨਾ ਹਜ਼ਾਰੇ 30 ਜਨਵਰੀ ਤੋਂ ਫਿਰ ਮਰਨ ਵਰਤ ਤੇ ਬੈਠ ਸਕਦੇ ਨੇ। ਉਹਨਾਂ ਦੀ ਮੰਗ ਕੀ ਹੈ? ਕਿਸਾਨਾਂ ਦੇ ਹੱਕ 'ਚ ਹੈ। ਉਹ ਕਹਿੰਦੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ। ਦੇਖੋ ਬੜੀ ਵਾਜਬ ਮੰਗ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਹੋਣੀ ਚਾਹੀਦੀ ਹੈ। ਔਰ ਉਹ ਕਿਸ ਰੂਪ 'ਚ ਉਹਨਾਂ ਦਾ ਅੰਦੋਲਨ ਅੱਗੇ ਵੱਧਦਾ ਹੈ, ਹਮਾਇਤ ਜ਼ਰੂਰ ਉਹਨਾਂ ਨੂੰ ਵੀ ਮਿਲੂਗੀ। ਮੈਨੂੰ ਲੱਗਦਾ ਗਗਨ
ਬਾਕੀ ਵੇਖਦੇ ਹਾਂ 30 ਜਨਵਰੀ ਨੂੰ 9 ਦਿਨ ਪਏ ਨੇ, 31 ਦਾ ਮਹੀਨਾ ਨਾ ਜੀ, 10 ਦਿਨ ਪਏ ਨੇ, ਅੱਜ 21 ਹੋ ਗਈ ਜੀ। ਬਿਲਕੁਲ। ਸੋ ਹੁਣ ਵੇਖਦੇ ਹਾਂ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਪਰਦਾ, ਕਿਉਂਕਿ ਹਰਿਆਣੇ ਦੀ ਸਿਆਸਤ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਹੀ ਭੁਚਾਲ ਆਉਣਾ ਹੈ। 26 ਜਨਵਰੀ ਦੀ ਕੰਡੀਸ਼ਨ ਰੱਖ ਕੇ ਇੱਕ ਅਸਤੀਫਾ ਜਿਹੜਾ ਹਰਿਆਣੇ ਵੱਲੋਂ ਵੀ ਆਇਆ ਹੋਇਆ, ਸਿਆਸਤ ਦੇ ਵੱਲੋਂ ਐਲਾਨ ਆਇਆ ਹੋਇਆ ਜੀ, ਐਲਾਨ ਵੀ ਜੇ 26 ਜਨਵਰੀ ਤੱਕ ਸਮਝੌਤਾ ਨਾ ਹੋਇਆ ਤਾਂ ਅਸਤੀਫਾ ਦੇ ਦਾਂਗੇ ਜੀ। ਸੋ ਕਿਹੜੇ ਸੱਜਣਾ ਦਾ ਹੈ ਇਹ ਅਭੈ ਚੌਟਾਲਾ ਹੁਣਾਂ ਨੇ ਅਸਤੀਫਾ ਸਪੀਕਰ ਨੂੰ ਸੌਂਪਿਆ ਵਿਧਾਨ ਸਭਾ ਦੇ ਨੂੰ, ਤੇ ਉਹਨਾਂ ਦਾ ਕਹਿਣਾ ਕਿ ਜੇਕਰ 26 ਜਨਵਰੀ ਤੱਕ ਕੋਈ ਹੱਲ ਨਾ ਹੋਇਆ ਤਾਂ ਸਾਡਾ ਅਸਤੀਫਾ ਜਿਹੜਾ ਸਵੀਕਾਰ ਕਰ ਲਿਆ ਜਾਵੇ। ਮਤਲਬ ਵੀ 26 ਤੱਕ ਨਾ ਕਰਿਓ ਜੀ। 26 ਦੇ ਆਏ ਉਦਾਂ ਜੀ, ਦੇ ਆਏ ਜੀ। ਚਲੋ ਇਹ ਵੀ ਜਿਗਰਾ ਕੀਤਾ ਜੀ। ਸੋ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਅਜਿਹਾ ਦੌਰ ਚੱਲ ਸਕਦਾ ਹੈ ਜਲਦੀ, ਕਿਉਂਕਿ ਚੋਣਾਂ ਬਹੁਤ ਨਜ਼ਦੀਕ ਜਿਹੜੀਆਂ 2022 ਦੀਆਂ ਆਉਂਦੀਆਂ ਜਾਂਦੀਆਂ ਨੇ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿੱਧਰ ਨੂੰ ਜਾਏਗੀ, ਤੇ ਉਮੀਦ ਕਰਾਂਗੇ ਕਿ ਜੋ ਕੁਝ ਬੀਤੀ ਰਾਤ ਮੀਟਿੰਗ ਦੇ ਵਿੱਚ ਹੋਇਆ ਹੈ ਉਸ ਨੂੰ ਬੂਰ ਪਵੇ, ਤੇ ਕੱਲ ਦੀ ਜੋ ਮੀਟਿੰਗ 12 ਵਜੇ ਫੇਰ ਸ਼ੁਰੂ ਹੋਣੀ ਹੈ, ਉਸ ਮੀਟਿੰਗ ਦੇ ਵਿੱਚੋਂ ਕੋਈ ਸਾਰਥਕ ਨਤੀਜੇ ਨਿਕਲਣ, ਤੇ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਿਸ ਤਰ੍ਹਾਂ ਅੱਜ ਥੋੜੀ ਖੁਸ਼ੀ ਦੇ ਨਾਲ ਆਏ ਹਾਂ ਕਿ ਕੁਛ ਨਾ ਕੁਛ ਸਰਕਾਰ ਜਾਗਰਤੀ ਆਈ ਜੀ, ਜਾਗਰਤੀ ਆਈ। ਬਿਲਕੁਲ। ਸੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਕਹੀਏ ਕਿ ਸਰਕਾਰ ਨੇ ਕਿਸਾਨਾਂ ਦੀ ਗੱਲ ਮੰਨੀ ਹੈ, ਤੇ ਕਿਸਾਨ ਖੁਸ਼ੀ-ਖੁਸ਼ੀ ਇੱਕ ਟਰੈਕਟਰ ਪਰੇਡ ਲੈ ਕੇ ਘਰਾਂ ਨੂੰ ਵਾਪਸ ਆਉਣਗੇ। ਸੋ ਉਮੀਦ ਤੇ ਇਸੇ ਉਮੀਦ ਦੇ ਨਾਲ ਇਜਾਜ਼ਤ ਲਵਾਂਗੇ। ਡੱਲਾ ਜੀ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਕਿਸਾਨਾਂ ਦੀ ਤੇ ਕੁਝ ਪੋਲੀਟੀਕਲ ਗੱਲਾਂ ਵੀ ਜ਼ਰੂਰ ਸੁਣਾ ਦਿਓ। ਜੀ ਬਿਲकुल, बहुत धन्यवाद। आज के ताज़े बयान ने जो भी तुम सुन लो, बहुत धन्यवाद। हमारा डिसीजन है कि हम अभी भी रिपील के ऊपर हैं। 2 साल के स्थगित करने के लिए जो हुआ उसके लिए कल हमने बैठक बुलाई है। उस बैठक में हम कल तय करेंगे कि इसके ऊपर क्या स्टैंड लेना, लेकिन हमारी बैठक में ये फाइनल हुआ है कि हम रिपील के ऊपर ही स्टैंड करते हैं, रिपील के ऊपर लड़ेंगे और रिपील के लिए 26 तारीख का जो प्रोग्राम है हमारा कंटिन्यू करेगा। हम कल इस पर बात करेंगे जो उन्होंने प्रस्ताव दिया है, और परसों फिर यहाँ पर बैठक है, 22 तारीख में बैठक है हमारी यहाँ पर। कल हम अपनी कोऑर्डिनेशन कमेटी की बैठक में ये रखेंगे, और एमएसपी पे इस पर उन्होंने कमेटी बनाने की उन्होंने बात दिया, अपना प्रस्ताव सरकार ने दिया है। हाँ, हम क्या करते हैं, हम तो इन्हें रिफिल करवाएंगे और होल्ड पे को मानने लग रहे हैं हम। आपकी तरफ से एमएसपी का मसला उठाया, एमएसपी की वही कमेटी बनाने की बात अभी तक उन्होंने की है, लेकिन वो हमने मानी नहीं है। वो तो उनकी तरफ से प्रपोजल है। हाँ। वो तो विचार तो कल की मीटिंग में होगा ना। 10वें दौर ਦੇ ਵਿੱਚ ਸਰਕਾਰ ਦਾ ਰੁਖ ਕੁਝ ਨਰਮ ਜਾਪਿਆ ਜਾਂ ਉਹੀ ਹਟਾ ਹੈ? नहीं, नॉर्म वाली कोई बात ज़्यादा बात नहीं है, जैसा था पहले जैसा ही है करीब करीब, और वो थोड़ा सा स्ट्रकाने वाली बात और कोई ज़्यादा बात नहीं है। किसान ਦਾ ਅੰਦੋਲਨ ਨਹੀਂ, ਅੱਜ ਪੂਰੇ ਦੇਸ਼ ਦੇ ਕਿਸਾਨ ਦਾ ਅੰਦੋਲਨ ਹੈ। ਪੂਰੇ ਦੇਸ਼ ਦੇ ਅੰਦਰ ਨਿਆਂ ਪਸੰਦ ਲੋਕਾਂ ਦਾ ਅੰਦੋਲਨ ਬਣ ਚੁੱਕਿਆ। ਜਿਹੜਾ 26 ਤਰੀਕ ਨੂੰ ਟਰੈਕਟਰ ਪਰੇਡ ਦਾ ਪ੍ਰੋਗਰਾਮ ਹੈ, ਉਹਦੇ 'ਚ ਅਸੀਂ ਡਿਊਟੀਆਂ ਲਾਈਆਂ। ਹਰ ਜ਼ਿਲ੍ਹੇ ਦੇ ਵਿੱਚੋਂ ਲੋਕ ਇਨਸਾਫ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਵੱਡੀ ਗਿਣਤੀ 'ਚ ਟਰੈਕਟਰ 23 ਤਰੀਕ ਤੋਂ ਲੈ ਕੇ 25 ਤਰੀਕ ਤੱਕ ਉੱਥੇ ਪਹੁੰਚਣ ਦਾ ਪ੍ਰੋਗਰਾਮ ਅਸੀਂ ਦਿੱਤਾ। ਔਰ ਆਪੋ ਆਪਣੇ ਜ਼ਿਲ੍ਹੇ, ਆਪੋ ਆਪਣੇ ਵਿਧਾਨ ਸਭਾ ਹਲਕੇ, ਆਪੋ ਆਪਣੇ ਪਿੰਡ ਦੇ ਵਿੱਚ ਦੂਜੇ ਆਮ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਇਸ ਟਰੈਕਟਰ ਪਰੇਡ ਦਾ ਹਿੱਸਾ ਬਣਨ ਵਾਸਤੇ ਬੇਨਤੀ ਕਰਨਗੇ।